ਸਤਿ ਸ਼੍ਰੀ ਅਕਾਲ। ਕੀ ਹਾਲ ਪੰਜਾਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਇਸ ਪ੍ਰੋਗਰਾਮ ਨੂੰ ਇਸ ਸਮੇਂ ਫੇਸਬੁੱਕ, YouTube ਤੇ US ਕੈਨੇਡਾ ਦੇ ਵਿੱਚ ਲਾਈਵ ਦੇਖ ਰਹੇ ਹੋ ਤੇ ਸਾਨੂੰ ਮੈਸੇਜ ਜਾਂ ਕਾਲ ਕਰਕੇ ਆਪਣਾ ਸੁਝਾਅ ਦੇ ਸਕਦੇ ਹੋ, ਸਵਾਲ ਕਰ ਸਕਦੇ ਹੋ। ਸਾਡਾ ਜੋ ਨੰਬਰ ਹੈ ਉਹ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ ਤੇ ਅੱਜ ਦਾ ਜੋ ਸਾਡਾ ਮੁੱਦਾ ਰਹੇਗਾ ਉਹ ਬਿਜਲੀ ਸੋਧ ਬਿੱਲ ਨੂੰ ਲੈ ਕੇ ਆ। ਸੰਸਦ ਦੇ ਵਿੱਚ ਅੱਜ ਬਿਜਲੀ ਸੋਧ ਬਿੱਲ ਨੂੰ ਟੇਬਲ ਕੀਤਾ ਜਾਂਦਾ। ਟੇਬਲ ਵਿਚਾਰ ਚਰਚਾ ਦੇ ਲਈ ਰੱਖਿਆ ਹੀ ਗਿਆ ਸੀ, ਹਾਲਾਂਕਿ ਵਿਰੋਧੀ ਧਿਰਾਂ ਵੱਲੋਂ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ। ਹਾਲਾਂਕਿ ਹੁਣ ਵੇਖਣਾ ਹੋਵੇਗਾ ਕਿ ਲੋਕ ਸਭਾ ਦੇ ਵਿੱਚ ਤਾਂ ਬੀਜੇਪੀ ਦਾ ਬਹੁਮਤ ਹੈ, ਉੱਥੇ ਤਾਂ ਇਸ ਨੂੰ ਪਾਸ ਆਸਾਨੀ ਨਾਲ ਕਰਾ ਲਿਆ ਜਾਵੇਗਾ। ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਕੀ ਬਣੇਗਾ ਉਸ ਦਾ ਅੰਦਾਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਪਰੰਤੂ ਅੱਜ ਇਸ ਮਾਮਲੇ ਨੂੰ ਲੈ ਕੇ ਵੱਖੋ-ਵੱਖ ਬੁਲਾਰੇ ਸਾਡੇ ਨਾਲ ਜੁੜ ਚੁੱਕੇ ਨੇ। ਪਹਿਲਾਂ ਉਹਨਾਂ ਦੇ ਨਾਲ ਰੂਬਰੂ ਕਰਾ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਬੁਲਾਰੇ ਸਾਡੇ ਨਾਲ ਜੁੜੇ ਨੇ। ਆਮ ਆਦਮੀ ਪਾਰਟੀ ਤੋਂ ਸਾਡੇ ਨਾਲ RPS ਮਲਹੋਤਰਾ ਜੁੜੇ ਨੇ, ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਜਗਰੂਪ ਸਿੰਘ ਚੀਮਾ ਜੁੜੇ ਨੇ, ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਕਾਂਗਰਸ ਤੋਂ ਸਾਡੇ ਨਾਲ ਜਸਪ੍ਰੀਤ ਸਿੰਘ ਨਰਵਲ ਜੁੜੇ ਨੇ, ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਤੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੀ ਸਾਡੇ ਨਾਲ ਕੁਝ ਹੀ ਸਮੇਂ ਦੇ ਬਾਅਦ ਜੁੜ ਜਾਣਗੇ। ਤੇ ਅੱਜ ਦਾ ਜੋ ਸਾਡਾ ਸਭ ਤੋਂ ਵੱਡਾ ਸਵਾਲ ਹੋਵੇਗਾ ਉਹ ਇਹੀ ਹੋਵੇਗਾ ਕਿ ਜੇਕਰ ਬਿਜਲੀ ਸੋਧ ਬਿੱਲ ਲਾਗੂ ਹੋ ਜਾਂਦਾ ਤਾਂ ਉਸ ਤੋਂ ਬਾਅਦ ਕੀ ਕਿਸਾਨਾਂ ਨੂੰ ਇਸ ਦਾ ਕਾਫੀ ਜ਼ਿਆਦਾ ਘਾਟਾ ਹੋਵੇਗਾ, ਕਿਸਾਨਾਂ ਤੇ ਇਸ ਦਾ ਕਾਫੀ ਜ਼ਿਆਦਾ ਪ੍ਰਭਾਵ ਹੋਵੇਗਾ। ਇਸ ਸਭ ਕੁਝ ਨੂੰ ਲੈ ਕੇ ਚਰਚਾ ਕਰਾਂਗੇ। ਸਭ ਤੋਂ ਪਹਿਲਾ ਸਵਾਲ ਮੈਂ ਆਮ ਆਦਮੀ ਪਾਰਟੀ ਦੇ ਬੁਲਾਰੇ RPS ਮਲਹੋਤਰਾ ਸਾਹਿਬ ਤੁਹਾਡੇ ਤੋਂ ਕਰਨਾ ਚਾਹੁੰਦਾ ਹੈ। ਅੱਜ ਤੁਸੀਂ ਇਸ ਬਿੱਲ ਨੂੰ ਕਿਵੇਂ ਵੇਖ ਰਹੇ ਹੋ? ਹਾਲਾਂਕਿ ਅਜੇ ਇਹ ਬਿੱਲ ਟੇਬਲ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਦਾ ਕੋਈ ਵੀ ਬੁਲਾਰਾ ਜਾਂ ਕੋਈ ਵੀ ਸੰਸਦ ਮੈਂਬਰ ਲੋਕ ਸਭਾ ਦੇ ਵਿੱਚ ਤਾਂ ਨਹੀਂ ਹੈ, ਹਾਲਾਂਕਿ ਰਾਜ ਸਭਾ ਦੇ ਵਿੱਚ ਮੌਜੂਦ ਹੈ। ਪਰੰਤੂ ਲੋਕ ਸਭਾ ਦੇ ਨਜ਼ਰੀਏ ਨਾਲ ਤੁਸੀਂ ਕਿਵੇਂ ਵੇਖ ਰਹੇ ਹੋ? ਦੇਖੋ ਜੀ, ਪੁਰਾਣੇ ਸਮੇਂ ਵਿੱਚ ਨਾ ਇੰਗਲੈਂਡ ਵਿੱਚ ਇੱਕ ਕਹਾਣੀ ਸੁਣਿਆ ਕਰਦੇ ਸੀਗੇ ਕਿ ਇੱਕ ਰੋਬਿਨ ਹੁੱਡ ਨਾਮ ਦਾ ਬੰਦਾ ਹੁੰਦਾ ਸੀ ਜਿਹੜਾ ਅਮੀਰਾਂ ਨੂੰ ਲੁੱਟ ਕੇ ਤੇ ਗਰੀਬਾਂ ਵਿੱਚ ਪੈਸੇ ਵੰਡ ਦਿਆ ਕਰਦਾ ਸੀਗਾ। ਤੇ ਸਾਡੇ ਦੇਸ਼ ਵਿੱਚ ਅੱਜ ਕੱਲ ਇੱਕ ਮੋਦਨ ਹੁੱਡ ਚੱਲ ਰਿਹਾ ਹੈਗਾ ਜਿਹੜਾ ਗਰੀਬਾਂ ਨੂੰ, ਆਮ ਲੋਕਾਂ ਨੂੰ ਲੁੱਟਦਾ ਹੈ ਤੇ ਅਮੀਰਾਂ ਵਿੱਚ ਵੰਡ ਦਿੰਦਾ। ਵੈਸੇ ਮੇਰੀ ਇਸ ਗੱਲ ਦਾ ਭਾਜਪਾ ਦੇ ਕਿਸੇ ਲੀਡਰ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਵੈਸੇ ਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ। ਤੇ ਇਹ ਜਿਹੜਾ ਅੱਜ ਬਿਜਲੀ ਅਮੈਂਡਮੈਂਟ ਬਿੱਲ ਇਹਨਾਂ ਨੇ ਪੇਸ਼ ਕੀਤਾ ਹੈਗਾ, ਤੁਸੀਂ ਦੇਖੋ ਕਿ ਇਹਨਾਂ ਦੀ ਜਿਹੜੀ ਪੁਰਾਣੀ ਸੋਚ ਚੱਲਦੀ ਆ ਰਹੀ ਹੈ ਪ੍ਰੋ ਕੈਪੀਟਲਿਸਟ। ਆਪਾਂ ਸਾਰੇ ਜਾਣਦੇ ਹਾਂ ਕਿ ਭਾਜਪਾ ਜਿਹੜੀ ਹੈ ਉਹ ਕੈਪੀਟਲਿਸਟ ਦੇ ਹੱਥ ਵਿਕੀ ਹੋਈ ਹੈ। ਉਹਨਾਂ ਤੋਂ ਪੈਸੇ ਲੈਂਦੀ ਹੈ, ਉਹ ਪੈਸੇ ਲੈ ਕੇ ਆਪਣਾ ਚੁਣਾਵ ਪ੍ਰਚਾਰ ਵਗੈਰਾ ਸਾਰਾ ਕੁਝ ਕਰਦੀ ਹੈ। ਸੋ ਬਾਅਦ ਵਿੱਚ ਫਿਰ ਉਹਨਾਂ ਲਈ ਹੀ ਕੰਮ ਕਰਦੀ ਹੈ। ਸਾਰਾ ਦੇਸ਼ ਇਹਨਾਂ ਨੇ ਉਹਨਾਂ ਦੇ ਲਈ ਵਿਕੜੇ ਲਾਇਆ ਹੋਇਆ। ਸੋ ਉਸੇ ਕੜੀ ਵਿੱਚ ਪਹਿਲਾਂ ਇਹਨਾਂ ਨੇ ਖੇਤੀ ਅਮੈਂਡਮੈਂਟ ਬਿੱਲ ਲਿਆਂਦੇ, ਫਿਰ ਆਪਾਂ ਦੇਖਿਆ ਉਸ ਤੋਂ ਪਹਿਲਾਂ ਵੀ ਔਰ ਉਸ ਤੋਂ ਬਾਅਦ ਵੀ ਕਿ ਕਈ ਲੱਖ ਕਰੋੜ, ਇੱਕ ਅੰਦਾਜ਼ਾ ਕਰੀਬ 20 ਲੱਖ ਕਰੋੜ ਇਹਨਾਂ ਨੇ ਕੈਪੀਟਲਿਸਟ ਦਾ, ਪੂੰਜੀਪਤੀਆਂ ਦਾ ਲੋਨ ਜਿਹੜਾ ਮਾਫ ਕਰਤਾ ਹੈ। ਆਮ ਬੰਦੇ ਦਾ ਲੋਨ ਜੇ ਵਾਪਸ ਨਾ ਹੋਵੇ ਤਾਂ ਉਹਨਾਂ ਦਾ ਘਰ ਤੇ ਦੁਕਾਨ ਵਿਕਣੇ ਆ ਜਾਂਦੀ ਹੈ, ਪਰ ਉਹਨਾਂ ਦੀ ਵਿਕਣੇ ਨਹੀਂ ਆਉਂਦੀ, ਸਰਕਾਰ ਮਾਫ ਕਰ ਦਿੰਦੀ ਹੈ। ਸੋ ਉਸੇ ਸੋਚ ਦੇ ਚਲਦੇ ਪਹਿਲਾਂ ਇਹ 3 ਖੇਤੀ ਕਾਨੂੰਨ ਲੈ ਕੇ ਆਏ, ਜ਼ਬਰਦਸਤ ਵਿਰੋਧ ਹੋਇਆ, ਇਹਨਾਂ ਨੂੰ ਮੂੰਹ ਦੀ ਖਾਣੀ ਪਈ, ਇਹਨਾਂ ਨੇ ਵਾਪਸ ਲਿੱਤੇ। ਔਰ ਹੁਣ ਇਹ ਬਿਜਲੀ ਅਮੈਂਡਮੈਂਟ ਬਿੱਲ ਲੈ ਕੇ ਆਏ ਹੈਗੇ ਆ। ਤੁਸੀਂ ਦੇਖੋ ਕਿ ਇਹਦੇ ਵਿੱਚ ਫਿਰ ਇਹਨਾਂ ਨੇ ਪ੍ਰਾਈਵੇਟ ਪਲੇਅਰਸ ਦੀ ਐਂਟਰੀ ਜਿਹੜੀ ਹੈ ਆਸਾਨ ਕਰਨ ਦੇ ਲਈ, ਔਰ ਫਿਰ ਉਹਨਾਂ ਨੂੰ ਆਟੋਮੈਟਿਕ ਗ੍ਰਾਂਟ ਆਫ ਲਾਇਸੈਂਸ ਦੇ ਲਈ, ਔਰ ਫਿਰ ਇੱਕ ਮਿਨੀਮਮ ਟੈਰਿਫ ਫਿਕਸ ਕਰ ਦੇਣਾ ਇਹਨਾਂ ਨੇ ਵੀ ਇਸ ਤੋਂ ਘੱਟ ਤੁਸੀਂ ਦੇ ਨਹੀਂ ਸਕਦੇ। ਨਿਸ਼ਾਨਾ ਕਿਸ ਤਰਫ ਹੈਗਾ ਕਿ ਪ੍ਰਾਈਵੇਟ ਪਲੇਅਰਸ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ ਬਿਜਲੀ ਡਿਸਟ੍ਰੀਬਿਊਸ਼ਨ ਵਿੱਚ ਲੈ ਕੇ ਆਓ, ਔਰ ਆਮ ਲੋਕਾਂ ਨੂੰ ਜਿਹੜੀ ਅੱਜ ਕੱਲ ਕੁਝ ਚੰਗੀਆਂ ਸਰਕਾਰਾਂ ਮੁਫਤ ਬਿਜਲੀ ਦੇ ਰਹੀਆਂ ਜਾਂ ਸਸਤੀ ਬਿਜਲੀ ਦੇ ਰਹੀਆਂ ਹੈਗੀਆਂ, ਉਸ ਚੀਜ਼ ਨੂੰ ਰੋਕਿਆ ਜਾਏ। ਕਿਸਾਨਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਜਾਂ ਪੰਜਾਬ ਵਿੱਚ ਹੁਣ ਮੁਫਤ ਬਿਜਲੀ ਮਿਲ ਰਹੀ ਹੈ, ਉਸ ਚੀਜ਼ ਨੂੰ ਰੋਕ ਕੇ ਔਰ ਆਪਣੇ ਪੂੰਜੀਪਤੀ ਦੋਸਤਾਂ ਨੂੰ ਜਿਹੜਾ ਹੈ ਫਾਇਦਾ ਪਹੁੰਚਾਇਆ ਜਾਏ। ਸੋ ਇਹ ਜਿਹੜਾ ਹੈ ਲੋਕਾਂ ਦੇ ਔਰ ਸਟੇਟਸ ਦੇ ਹੱਕਾਂ ਤੇ ਸਿੱਧਾ ਸਿੱਧਾ ਡਾਕਾ ਹੈਗਾ, ਕਿਉਂਕਿ ਸਟੇਟਸ ਆਪ ਜਿਹੜੀ ਬਿਜਲੀ ਪੈਦਾ ਕਰਦੀਆਂ, ਆਪ ਡਿਸਟ੍ਰੀਬਿਊਟ ਕਰਦੀਆਂ, ਆਪ ਹੀ ਉਹਦਾ ਲੈਣ ਦੇਣ ਕਰਦੀਆਂ ਹੈਗੀਆਂ। ਸੋ ਇਸ ਖੇਤਰ ਵਿੱਚ ਜੇ ਕੇਂਦਰ ਨੇ ਕੋਈ ਬਿੱਲ ਲਿਆਣਾ ਵੀ ਸੀ ਤਾਂ ਸਟੇਟਸ ਦੇ ਨਾਲ ਕੰਸਲਟੇਸ਼ਨ ਜਾਂ ਸਲਾਹ ਮਸ਼ਵਰਾ ਹੋਣਾ ਬਹੁਤ ਜ਼ਰੂਰੀ ਸੀ। ਪਰ ਇਹ ਤਾਨਾਸ਼ਾਹ ਸਰਕਾਰ ਹੈਗੀ ਹੈ, ਮਾੜੀ ਨੀਅਤ ਵਾਲੀ ਸਰਕਾਰ ਹੈਗੀ ਹੈ। ਇਹ ਕਹਿੰਦੇ ਕੁਛ ਹੈ, ਕਰਦੇ ਕੁਛ ਹੈ। ਸੋ ਉਸ ਦੇ ਕਾਰਨ ਇਹਨਾਂ ਨੇ ਇੱਕ ਜ਼ਬਰਦਸਤੀ ਵਾਲਾ, ਤਾਨਾਸ਼ਾਹੀ ਵਾਲਾ ਬਿੱਲ ਲੋਕ ਸਭਾ 'ਚ ਲਿਆਂਦਾ ਹੈਗਾ। ਪਰ ਆਮ ਆਦਮੀ ਪਾਰਟੀ ਜਿਹੜੀ ਹੈ ਹੁਣ ਵੀ ਇਹਦਾ ਵਿਰੋਧ ਕਰ ਰਹੀ ਹੈ, ਔਰ ਜੇ ਸਰਕਾਰ ਨੇ ਵਾਪਸ ਨਾ ਕੀਤਾ ਤਾਂ ਸੜਕ ਤੋਂ ਲੈ ਕੇ ਸੰਸਦ ਤੱਕ ਜਿੱਥੇ ਵੀ ਸਾਡੇ ਬੰਦੇ ਹੈਗੇ ਆ, ਚਾਹੇ ਰਾਜ ਸਭਾ 'ਚ ਹੀ ਸਹੀ, ਅਸੀਂ ਪੂਰਾ ਸੰਘਰਸ਼ ਕਰਾਂਗੇ ਔਰ ਇਹਨਾਂ ਨੂੰ ਇਹ ਇੰਪਲੀਮੈਂਟ ਨਹੀਂ ਕਰਨ ਦਿਆਂਗੇ। ਠੀਕ ਹੈ ਜਗਰੂਪ ਚੀਮਾ ਜੀ, ਸਿੱਧਾ ਸਵਾਲ ਤੁਹਾਨੂੰ ਕਰ ਦੇਣਾ ਚਾਹੁੰਦਾ ਹੈ। ਹਰਸਿਮਰਤ ਕੌਰ ਬਾਦਲ ਨੇ ਬਾਹਰ ਆ ਕੇ ਇੱਕ ਬਾਈਟ ਸਾਂਝੀ ਕੀਤੀ ਹੈ ਕਿ ਉਹਨਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਅੱਜ। ਹਾਲਾਂਕਿ ਤੁਸੀਂ ਅਲਾਇੰਸ ਦੇ ਵਿੱਚ ਰਹੇ ਹੋ, ਆਮ ਆਦਮੀ ਪਾਰਟੀ ਦੇ ਵੱਲੋਂ ਹਰਪਾਲ ਸਿੰਘ ਚੀਮਾ ਉਹਨਾਂ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਇਸ ਬਿੱਲ ਦੇ ਉੱਤੇ ਜਿਹੜੇ ਸਾਇਨ ਸੀ ਉਹ ਹਰਸਿਮਰਤ ਕੌਰ ਬਾਦਲ ਦੇ ਵੀ ਨੇ।
ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜਿਹੜੇ ਹਰਪਾਲ ਸਿੰਘ ਚੀਮਾ ਜੀ ਬਿਆਨ ਦੇ ਰਹੇ ਨੇ, ਉਹਨਾਂ ਨੂੰ ਜਾਂ ਤਾਂ ਕੋਈ ਡਾਕੂਮੈਂਟ ਪੇਸ਼ ਕਰਨੇ ਚਾਹੀਦੇ ਨੇ। ਬਿਨਾਂ ਕਿਸੇ ਡਾਕੂਮੈਂਟ ਤੋਂ ਆਪਾਂ ਕਿਸੇ ਤੇ ਵੀ ਇਲਜ਼ਾਮ ਲਗਾ ਸਕਦੇ ਹਾਂ। ਗੱਲ ਤਾਂ ਉਹਨਾਂ ਨੂੰ ਇਹ ਕਰਨੀ ਚਾਹੀਦੀ ਸੀ ਕਿ ਉਹ ਉੱਥੇ ਗਏ ਹੋਏ ਨੇ ਸਾਡੇ ਸੀਐਮ ਸਾਹਿਬ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ, ਉਹਨਾਂ ਨੂੰ ਆਪਣਾ ਪ੍ਰਾਈਮ ਮਿਨਿਸਟਰ ਜੀ ਨੂੰ ਮਿਲ ਰਹੇ ਨੇ, ਤੇ ਕੀ ਇਹ ਦੱਸਣ ਆਮ ਆਦਮੀ ਪਾਰਟੀ ਵਾਲੇ ਸਾਡੇ ਵੀਰ ਕਿ ਆਲ ਪਾਰਟੀ ਮੀਟਿੰਗ ਸੱਦ ਕੇ ਕੀ ਇਹ ਵਿਧਾਨ ਸਭਾ ਦੇ ਵਿੱਚ ਇਹਦਾ ਮਤਾ ਪਾਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਗੱਲ ਤਾਂ ਇਹ ਕਰਨੀ ਬਣਦੀ ਹੈ। ਇਹ ਕਹਿੰਦੇ ਅਸੀਂ ਸੜਕਾਂ ਤੇ ਜਾਵਾਂਗੇ, ਉਹ ਜਾਵਾਂਗੇ। ਇਹਨਾਂ ਨੂੰ ਪੰਜਾਬ ਦੀ ਜਨਤਾ ਨੇ ਬਹੁਮਤ ਦਿੱਤਾ ਹੋਇਆ, 92 ਸੀਟਾਂ ਇਹਨਾਂ ਦੇ ਕੋਲ ਨੇ, ਇਹਨਾਂ ਦੇ ਕੋਲ ਸਰਕਾਰ ਪੰਜਾਬ ਦੀ ਚੱਲ ਰਹੀ ਹੈ। ਇਹਨਾਂ ਨੂੰ ਚਾਹੀਦਾ ਵੀ ਵਿਧਾਨ ਸਭਾ ਦੇ ਵਿੱਚ ਇਹਦਾ ਮਤਾ ਪਾਉਣ ਜੀ, ਤਾਂ ਕਿ ਬਾਕੀ ਪਾਰਟੀਆਂ ਨੂੰ ਨਾਲ ਲੈ ਕੇ ਇੱਕ ਮੂਵਮੈਂਟ ਕ੍ਰੀਏਟ ਕਰਨ। ਜਿਵੇਂ ਪਹਿਲਾਂ ਕਿਸਾਨੀ ਬਿੱਲ ਆਪਾਂ ਵਾਪਸ ਕਰਾਏ ਨੇ, ਉਦੋਂ ਵੀ ਸਰਕਾਰ ਇਸ ਗੱਲ ਤੇ ਮੰਨੀ ਸੀ ਕਿ ਜਿਹੜਾ ਬਿਜਲੀ ਸੋਧ ਬਿੱਲ 2022 ਹੈ, ਇਹਨੂੰ ਅਸੀਂ ਹਲੇ ਨਹੀਂ ਕਰਾਂਗੇ, ਡਿਲੇ ਕਰਾਂਗੇ। ਪਰ ਉਹ ਜਿਵੇਂ ਕਿ ਆਪਣਾ ਗੱਲ ਹੁੰਦੀ ਰਹਿੰਦੀ ਹੈ ਕਿ ਜਿਹੜੀ ਕੇਂਦਰ ਆ ਉਹ ਕਦੇ ਵੀ ਸਮਾਂ ਨਹੀਂ ਗਵਾਉਂਦੀ। ਜਿਹੜਾ ਸਾਡਾ ਸੰਘੀ ਸਿਸਟਮ ਆ ਤਾਂ ਸੰਵਿਧਾਨ ਤੇ ਹੀ ਇੱਕ ਤਰ੍ਹਾਂ ਦਾ ਅਟੈਕ ਕਰਦੀ ਹੈ। ਜਦੋਂ ਜਿਹੜੇ ਸਾਡੀਆਂ ਜਿਹੜੀਆਂ ਸਟੇਟਾਂ ਦੀਆਂ ਅਧਿਕਾਰ ਨੇ ਉਹਨਾਂ ਦੇ ਉੱਤੇ ਉਹ ਹਮੇਸ਼ਾ ਆਪਣਾ ਜਿਹੜਾ ਹੱਕ ਜਿਹੜਾ ਉਹ ਡਾਕਾ ਮਾਰਦੇ ਨੇ। ਇਹਦੇ ਵਾਸਤੇ ਇਹਨਾਂ ਨੂੰ ਇੱਕ ਮੂਵਮੈਂਟ ਖੜੀ ਕਰਨ ਦੀ ਲੋੜ ਹੈ। ਵਿਧਾਨ ਸਭਾ ਦੇ ਵਿੱਚ ਇਹਦਾ ਜਿਹੜਾ ਇੱਕ ਇਹਨਾਂ ਨੂੰ ਸਾਂਝਾ ਮਤਾ ਪਾਉਣਾ ਚਾਹੀਦਾ। ਵਿਧਾਨ ਸਭਾ ਦੇ ਵਿੱਚ ਜੇਕਰ ਸਾਂਝਾ ਮਤਾ ਪੈ ਜਾਂਦਾ ਹੈ ਕਿ ਉਸ ਦੇ ਨਾਲ ਇਹ ਬਿੱਲ ਵਾਪਸ ਹੋ ਸਕਦਾ ਹੈ ਕੋਈ ਇਦਾਂ ਦੀ ਪ੍ਰਕਿਰਿਆ ਜਗਰੂਪ ਚੀਮਾ ਜੀ? ਬਿੱਲ ਵਾਪਸ ਨਹੀਂ ਹੋ ਸਕਦਾ, ਪਰ ਘੱਟੋ ਘੱਟ ਆਪਣੀ ਸਟੇਟ ਦੇ ਵਿੱਚ ਕਿਵੇਂ ਉਹਦਾ ਵਿਰੋਧ ਕਰਨਗੇ ਦੱਸੋ। ਇਹਨਾਂ ਕੋਲ ਕੀ ਤਰੀਕਾ? ਜਦੋਂ ਸਰਕਾਰ ਇਹਨਾਂ ਦੀ ਹੈ, ਪੰਜਾਬ ਗਵਰਨਮੈਂਟ ਇਹਨਾਂ ਦੇ ਪਾਰਟੀ ਚਲਾ ਰਹੀ ਹੈ, ਇਹਨਾਂ ਨੂੰ ਸਾਂਝੇ ਤੌਰ ਤੇ ਇੱਕ ਸਾਰੀ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ। ਉਹਦੇ ਵਿੱਚ ਉਹਦਾ ਜਿਹੜਾ ਲਿਆਉਣਾ ਚਾਹੀਦਾ, ਆਪਣਾ ਮਤਾ ਪਾਉਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ। ਠੀਕ ਹੈ, ਇਸ ਦਾ ਮੈਂ ਜਵਾਬ ਜ਼ਰੂਰ ਲਵਾਂਗਾ ਮਲਹੋਤਰਾ ਸਾਹਿਬ ਤੁਹਾਡੇ ਤੋਂ, ਪਰੰਤੂ ਪਹਿਲਾਂ ਮੈਂ ਜਸਪ੍ਰੀਤ ਨਰਵਲ ਦੇ ਵੱਲ ਜਾਂਦਾ। ਨਰਵਲ ਸਾਹਿਬ, ਕਿਵੇਂ ਵੇਖ ਰਹੇ ਹੋ ਜਿਹੜਾ ਅੱਜ ਦਾ ਇਹ ਬਿੱਲ, ਬਿਜਲੀ ਸੋਧ ਬਿੱਲ ਸੰਸਦ ਦੇ ਵਿੱਚ ਰੱਖਿਆ ਗਿਆ, ਟੇਬਲ ਕੀਤਾ ਗਿਆ? ਹਾਲਾਂਕਿ ਵਿਰੋਧ ਸਿੱਧੇ ਪਹਿਲਾਂ ਭਾਜਪਾ ਵੱਲੋਂ ਕੀਤਾ ਜਾਂਦਾ ਸੀ, ਕਾਂਗਰਸ ਦਾ ਉਦੋਂ ਸਿੱਧੇ ਤੌਰ ਤੇ ਇਲਜ਼ਾਮ ਲੱਗਦੇ ਸੀ ਕਿ WTO ਦੀ ਜਿਹੜੀਆਂ ਨੀਤੀਆਂ ਨੇ ਉਹ ਕਾਂਗਰਸ ਦੀ ਦੇਣ ਹੈ। PV ਨਰਸਿਮਹਾ ਰਾਓ ਜਦੋਂ ਇੱਕ ਸੱਤਾ ਦੇ ਵਿੱਚ ਸੀ ਉਹਨਾਂ ਦੀ ਇਹ ਸਾਰੀ ਦੇਣ ਹੈ। ਅੱਜ ਕਿਵੇਂ ਵੇਖ ਰਹੇ ਹੋ ਸਭ ਨੂੰ? ਦੇਖੋ, ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਹੜੇ ਬੀਜੇਪੀ ਦੇ ਕੁਝ ਆਕਾ ਨੇ ਉਹ ਮੇਰਾ ਖਿਆਲ ਰਾਤ ਨੂੰ ਸੋਚਦੇ ਆ ਕਿ ਅਸੀਂ ਆਪਣੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਸਵੇਰ ਨੂੰ ਕਿਹੜੀ ਨਵੀਂ ਚਿੰਜੜੀ ਛੇੜਨੀ ਹੈ। ਸੋ ਜਿਵੇਂ ਕਿ ਤੁਹਾਨੂੰ ਪਤਾ ਕਿ ਇਹਨਾਂ ਨੇ, ਜੇ ਅੱਜ ਦੇ ਦੌਰ ਦੇ ਵਿੱਚ ਗੱਲ ਕਰੀਏ, ਪ੍ਰਾਈਵੇਟਾਈਜੇਸ਼ਨ ਕਰਨ ਦੀ ਲੋੜ ਕਿਉਂ ਪੈ ਰਹੀ ਆ, ਸਾਨੂੰ ਇਹ ਮੁੱਦੇ ਤੇ ਸੋਚਣ ਦੀ ਜ਼ਰੂਰਤ ਹੈ। ਤੁਸੀਂ ਇਹ ਦੇਖੋ ਕਿ ਜਿਹੜਾ ਇਹਨਾਂ ਦਾ ਜਿਹੜਾ ਪ੍ਰਾਈਵੇਟਾਈਜੇਸ਼ਨ ਕਰਨ ਦੇ ਲਈ ਜਿਹੜਾ ਅਡਾਨੀ ਹੈ, ਅਡਾਨੀ ਦੇ ਕੋਲ ਜਿਹੜਾ ਕੱਛ ਦੇ ਵਿੱਚ ਇਹਨਾਂ ਦਾ ਪਾਵਰ ਪਲਾਂਟ ਬਣਾਇਆ ਹੋਇਆ ਹੈ, ਉਹਦੀ ਤਕਰੀਬਨ ਜਿਹੜੀ ਹੈਗੀ ਆ ਕਿ ਜੇ ਆਪਾਂ ਗੱਲ ਕਰੀਏ 4620 ਮੈਗਾਵਾਟ ਦੀ ਜਿਹੜੀ ਬਿਜਲੀ ਉਹ ਪ੍ਰੋਡਿਊਸ ਕਰਦਾ ਪਿਆ। ਇਹਦਾ ਮਤਲਬ ਕਿ ਉਹਨਾਂ ਕੋਲ ਐਕਸੈਸ ਬਿਜਲੀ ਪਈ ਹੋਈ ਹੈ। ਉਹ ਕਿਸੇ ਨਾ ਕਿਸੇ ਤਰੀਕੇ ਨਾਲ, ਜਿੱਦਾਂ ਹੁਣ ਕਿਸਾਨੀ ਅੰਦੋਲਨ ਚੱਲਿਆ ਸੀਗਾ, ਉਹਨੂੰ ਫੇਲ ਕਰਨ ਦੇ ਲਈ ਇਦਾਂ ਦੀਆਂ ਨੀਤੀਆਂ ਅਪਣਾ ਰਹੇ ਨੇ ਤਾਂ ਕਿ ਅਸੀਂ ਜਿਹੜਾ ਪੂਰੀ ਤਰ੍ਹਾਂ ਸਟੇਟ ਦੇ ਹੱਕਾਂ ਦੇ ਉੱਤੇ ਆਪਣਾ ਹੱਕ ਜਿਤਾ ਸਕੀਏ। ਤੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿਰੋਧ ਦੀ, ਮੈਨੂੰ ਨਹੀਂ ਲੱਗਦਾ ਕਿ ਕੋਈ ਇਹਨਾਂ ਠੋਸ ਤਰੀਕੇ ਦੇ ਨਾਲ ਕੁਝ ਵਿਰੋਧ ਕਰ ਰਹੇ ਨੇ। ਇਹ ਤਾਂ ਸਗੋਂ ਜਿਹੜੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 600 ਯੂਨਿਟ ਫ੍ਰੀ ਦੇਵਾਂਗੇ, ਹੁਣ ਵੀ ਕਈਆਂ ਨੂੰ ਕਹਦੇ ਕਿ ਆਪਣੇ ਸਵੈ ਘੋਸ਼ਣਾ ਪੱਤਰ ਦਿਓ, ਤੁਹਾਡੇ ਚ ਕੋਈ ਟੈਕਸ ਪੇ ਨਹੀਂ ਹੋਣਾ ਚਾਹੀਦਾ, ਤੁਹਾਡੇ ਚ ਕੋਈ ਕੁਝ ਨਹੀਂ ਹੋਣਾ ਚਾਹੀਦਾ। ਚਲੋ ਉਸ ਮੁੱਦੇ ਤੇ ਫੇਰ ਗੱਲ ਕਰਾਂਗੇ। ਨਰਵਲ ਸਾਹਿਬ, ਸਵਾਲ ਇਹ ਖੜਾ ਹੋ ਜਾਂਦਾ ਹੈ, ਆਮ ਆਦਮੀ ਪਾਰਟੀ ਦਾ ਤਾਂ ਬੁਲਾਰਾ ਰਾਜ ਸਭਾ ਤੋਂ ਇਲਾਵਾ ਹੋਰ ਕਿਤੇ ਹੈ ਹੀ ਨਹੀਂ। ਤੁਸੀਂ ਵਿਰੋਧੀ ਧਿਰ ਦੇ ਵਿੱਚੋਂ, ਤੁਸੀਂ ਖੁੱਲ ਕੇ ਵਿਰੋਧ ਕਿਉਂ ਨਹੀਂ ਕਰ ਰਹੇ? ਕਿਉਂ ਕਾਂਗਰਸ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਲੱਗਦਾ ਹੈ ਕਿ ਬੈਕਫੁੱਟ ਤੇ ਹੈ, ਕਾਂਗਰਸ ਅੱਗੇ ਆ ਕੇ ਨਹੀਂ ਖੇਡਣਾ ਚਾਹੁੰਦੀ? ਇਸ ਤਰ੍ਹਾਂ ਕਿਉਂ ਲੱਗ ਰਿਹਾ? ਨਹੀਂ, ਦੇਖੋ, ਕਾਂਗਰਸ ਦੇ ਤਾਂ ਸਾਰੇ ਅੱਗੇ ਪਿੱਛੇ ਹੋਏ ਪਏ ਆ। ਕਾਂਗਰਸ ਜ਼ਰੂਰ ਵਿਰੋਧੀ ਧਿਰ ਦੇ ਵਿੱਚ ਹੈ, ਪਰ ਬਹੁਮਤ ਇਸ ਟਾਈਮ ਤੁਹਾਨੂੰ ਵੀ ਪਤਾ ਲੋਕ ਸਭਾ ਦੇ ਵਿੱਚ ਜਿਹੜਾ ਹੈਗਾ ਆ ਉਹ ਆਪਣਾ ਬੀਜੇਪੀ ਦੇ ਕੋਲ ਹੈਗਾ। ਸੋ ਸਾਡਾ ਜਿੱਥੇ ਤੱਕ ਬਾਹਰ ਲੱਗਦੀ ਪਈ ਆ, ਉੱਥੇ ਤੱਕ ਸਾਡੀ ਪਾਰਟੀ ਵਿਰੋਧ ਕਰਦੀ ਪਈ ਹੈ। ਕਿੱਥੇ ਨਹੀਂ ਕਰਦੀ, ਮੈਨੂੰ ਇਹ ਦੱਸ ਦਿਓ। ਠੀਕ ਹੈ, ਜਵਾਬ ਲੈ ਲੈਂਦੇ ਆ। ਸਗੋਂ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ, ਜੇ ਆਪਾਂ ਗੱਲ ਕਰੀਏ, ਹਲੇ ਉਪ ਰਾਸ਼ਟਰਪਤੀ ਚੋਣਾਂ ਹੋਈਆਂ, ਉਹਨਾਂ ਵਿੱਚ ਉਹਨਾਂ ਨੇ ਵੋਟਾਂ ਕਿਹਨਾਂ ਨੂੰ ਪਾਈਆਂ, ਆਪਾਂ ਨੂੰ ਸਭ ਨੂੰ ਪਤਾ ਹੈ। ਠੀਕ ਹੈ, ਜਵਾਬ ਲੈ ਲੈਂਦੇ ਆ। ਮਲਹੋਤਰਾ ਸਾਹਿਬ, ਜਵਾਬ ਦੇ ਦਿਓ। ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਲ ਚੁੱਕਿਆ ਗਿਆ, ਉਹ ਵੀ ਇੱਕ ਸਵਾਲ ਮੈਂ ਵੀ ਕਰ ਦੇਣਾ ਚਾਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰ ਰਹੇ ਨੇ। ਟਵਿੱਟਰ ਤੋਂ ਲੈ ਕੇ ਅਗਲਾ ਜਿਹੜਾ ਪਲਾਨ ਹੈ, ਜਿਹੜੀ ਅਗਲੀ ਸਟਰੀਮ ਪੋਲਿਟਿਕਸ ਹੈ, ਉਹ ਕਿਹੜੀ ਕਰਨ ਜਾ ਰਹੇ ਹੋ? ਦੇਖੋ ਚਰਨਜੀਤ ਜੀ, ਅੱਜ ਇੱਕ ਪ੍ਰੋਪਰ ਸਟਰੋਂਗ ਵਰਡਡ ਸਟੇਟਮੈਂਟ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਾਰੀ ਕੀਤੀ ਗਈ ਹੈਗੀ ਹੈ ਇਸ ਅਮੈਂਡਮੈਂਟ ਬਿੱਲ ਦੇ ਵਿਰੋਧ ਦੇ ਵਿੱਚ, ਔਰ ਇਸ ਨੂੰ ਉਹਨਾਂ ਨੇ ਰਾਜਾਂ ਦੇ ਅਧਿਕਾਰਾਂ ਤੇ ਦੇਸ਼ ਦੇ ਸੰਘੀ ਢਾਂਚੇ ਦੇ ਉੱਤੇ ਬਹੁਤ ਵੱਡਾ ਹਮਲਾ ਔਰ ਡਾਕਾ ਉਹਨਾਂ ਨੇ ਕਰਾਰ ਦਿੱਤਾ ਹੈਗਾ। ਔਰ
ਆਮ ਆਦਮੀ ਪਾਰਟੀ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਰਹੀ ਹੈ, ਪਹਿਲਾਂ ਵੀ ਕਰਦੀ ਰਹੀ ਹੈ ਜਦੋਂ ਇਹ ਪ੍ਰਪੋਜ਼ਲ ਵਿੱਚ ਸੀਗਾ, ਹੁਣ ਵੀ ਕਰ ਰਹੀ ਹੈ ਔਰ ਅੱਗੇ ਵੀ ਕਰਾਂਗੇ। ਵਿਧਾਨ ਸਭਾ ਦੇ ਵਿੱਚ ਲੈ ਕੇ ਆਉਂਗੇ ਇਸ ਨੂੰ, ਵਿਧਾਨ ਸਭਾ ਦੇ ਵਿੱਚ ਜਾਂ ਸਰਬਪੱਖੀ ਮੀਟਿੰਗ ਨੂੰ ਲੈ ਕੇ? ਬਿਲਕੁਲ, ਦੇਖੋ ਇਹ ਕਨਕਰੈਂਟ ਲਿਸਟ ਵਿੱਚ ਹੈਗਾ ਔਰ ਆਪਾਂ ਜਾਣਦੇ ਹਾਂ ਕਿ ਕਨਕਰੈਂਟ ਲਿਸਟ ਦੇ ਵਿੱਚ ਕੇਂਦਰ ਦਾ ਜਿਹੜਾ ਅਪਰ ਹੈਂਡ ਹੁੰਦਾ ਹੈਗਾ। ਸੋ ਕੇਂਦਰ ਜੇ ਉੱਥੇ ਕਰ ਰਿਹਾ ਹੈ ਤਾਂ ਉਸ ਵਿੱਚ ਕੋਈ ਵੀ ਸਰਕਾਰ ਜਿਹੜੀ ਹੈ ਰੋਕ ਤਾਂ ਨਹੀਂ ਸਕਦੀ, ਪਰ ਉਹ ਆਪਣਾ ਵਿਰੋਧ ਜ਼ਾਹਿਰ ਕਰ ਸਕਦੀ ਹੈ। ਅਸੀਂ ਵਿਧਾਨ ਸਭਾ ਵਿੱਚ ਵੀ ਇਹਦਾ ਪੂਰਾ ਪੁਰਜ਼ੋਰ ਵਿਰੋਧ ਕਰਾਂਗੇ, ਸੜਕਾਂ ਦਾ ਵੀ ਪੁਰਜ਼ੋਰ ਵਿਰੋਧ ਕਰਾਂਗੇ ਔਰ ਸਾਰੀਆਂ ਪਾਰਟੀਆਂ ਨੂੰ ਅਸੀਂ ਇਨਵਾਈਟ ਕਰਦੇ ਹਾਂ ਕਿ ਆਓ ਇਕੱਠੇ ਹੋ ਕੇ ਇਸ ਦਾ ਵਿਰੋਧ ਕਰੀਏ ਔਰ ਪੰਜਾਬ ਦੇ ਕਿਸਾਨਾਂ ਤੇ ਗਰੀਬ ਲੋਕਾਂ ਦੇ ਹੱਕਾਂ ਨੂੰ ਬਚਾਈਏ। ਔਰ ਜਿੱਥੇ ਤੱਕ ਗੱਲ ਕਰ ਰਹੇ ਸੀਗੇ ਨਰਵਾਲ ਸਾਹਿਬ ਕਾਂਗਰਸ ਦੀ, ਤੇ ਇਹਨਾਂ ਨੇ ਆਪੇ ਹੀ ਦੱਸਿਆ ਕਿ ਵੀ ਕਾਂਗਰਸ ਤਾਂ ਅੱਗੇ ਪਿੱਛੇ ਹੋਈ ਪਈ ਹੈ। ਸੋ ਵਾਕਈ ਈਡੀ ਦਾ ਜ਼ੋਰ ਐਸਾ ਚੱਲ ਰਿਹਾ ਹੈ ਕਾਂਗਰਸ ਦੇ ਉੱਤੇ ਕਿ ਕਾਂਗਰਸ ਸਾਰੀ ਅੱਗੇ ਪਿੱਛੇ ਹੋਈ ਪਈ ਹੈ। ਤਾਂ ਆਪਣੇ ਲੀਡਰਾਂ ਨੂੰ ਬਚਾਉਣ 'ਚ ਲੱਗੇ ਪਏ ਹੈ, ਦੇਸ਼ ਤਾਂ ਬਾਅਦ ਵਿੱਚ ਆਉਂਦਾ ਇਹਨਾਂ ਦੇ ਲਈ। ਔਰ ਫਿਰ ਨਹੀਂ ਲੀਡਰਾਂ ਨੂੰ ਨਹੀਂ, ਅਸੀਂ ਦੇਸ਼ ਲਈ ਲੱਗੇ ਹੋਏ ਹਾਂ। ਮੌਕਾ ਦੇਵਾਂਗਾ, ਮੈਂ ਤੁਹਾਨੂੰ ਬੋਲਣ ਦਾ ਮੌਕਾ ਦੇਵਾਂਗਾ, ਉਹਨਾਂ ਨੂੰ ਗੱਲ ਰੱਖ ਲੈਣ ਦਿਓ ਜੀ। ਦੇਖੋ ਅੱਜ ਤੱਕ ਕਦੀ ਨਹੀਂ ਹੋਇਆ ਵੀ ਕਿਸੇ ਲੀਡਰ ਨੂੰ ਈਡੀ ਨੇ ਬੁਲਾਇਆ ਹੋਇਆ ਜਾਂ ਸੀਬੀਆਈ ਨੇ ਬੁਲਾਇਆ ਹੋਇਆ ਤੇ ਉਹਦੀ ਪਾਰਟੀ ਪੂਰੇ ਦੇਸ਼ 'ਚ ਵਿਰੋਧ ਕਰ ਰਹੀ ਹੋਏ। ਬਈ ਜੇ ਤੁਹਾਡੇ ਤੇ ਕੋਈ ਇਲਜ਼ਾਮ ਹੈਗਾ ਔਰ ਜੇ ਤੁਸੀਂ ਸੱਚੇ ਹੋ ਤਾਂ ਸ਼ੇਰਾਂ ਦੀ ਤਰ੍ਹਾਂ ਉਹਦਾ ਸਾਹਮਣਾ ਕਰੋ। ਜਿਹੜੇ ਤੁਹਾਡੇ ਕੋਲ ਸਬੂਤ ਹੈਗੇ ਆ ਉਹ ਦਿਓ, ਜੇ ਉਹਨਾਂ ਕੋਲ ਨਹੀਂ ਹੈਗੇ ਤਾਂ ਉਹ ਕਿਵੇਂ ਪ੍ਰੂਵ ਕਰਨਗੇ ਕਿ ਬਈ ਤੁਸੀਂ ਗਲਤ ਹੈਗੇ ਹੋ। ਸੋ ਕਿਧਰੇ ਨਾ ਕਿਧਰੇ ਕੁਝ ਦਾਲ ਵਿੱਚ ਕਾਲਾ ਜ਼ਰੂਰ ਹੈਗਾ ਕਿ ਵੀ ਇਹਨਾਂ ਨੂੰ ਹੋਰਾਂ ਦੀ ਮਦਦ, ਪੂਰੇ ਵਲੰਟੀਅਰਸ ਦੀ, ਆਪਣੇ ਵਰਕਰਸ ਦੀ ਮਦਦ ਲੈਣੀ ਪੈ ਰਹੀ ਹੈਗੀ ਹੈ। ਔਰ ਇਹ ਗੱਲ ਬਿਲਕੁਲ ਸਹੀ ਹੈ ਕਿ ਇਹ ਬਿੱਲ ਜਿਹੜਾ ਹੈ ਉਸ ਟਾਈਮ ਪ੍ਰਪੋਜ਼ ਹੋਇਆ ਸੀ ਜਦੋਂ ਖੇਤੀ ਕਾਨੂੰਨ ਪ੍ਰਪੋਜ਼ ਹੋਏ ਸੀਗੇ ਔਰ ਉਸ ਟਾਈਮ ਹਰਸਿਮਰਤ ਕੌਰ ਬਾਦਲ ਜੀ ਨੇ ਉਸ ਤੇ ਸਾਈਨ ਕੀਤਾ ਸੀਗਾ। ਇਹਨਾਂ ਦੇ ਸਾਈਨ ਹੈਗੇ ਆ ਤੁਹਾਡੇ ਕੋਲ ਮਿੰਟਸ ਦਿਖਾ ਸਕਦੇ ਹੋ ਮਲਹੋਤਰਾ ਸਾਹਿਬ? ਬਿਲਕੁਲ, ਅਸੀਂ ਪੇਸ਼ ਕਰ ਦਿਆਂਗੇ ਉਹ ਮਿੰਟ। ਜੇ ਹਰਪਾਲ ਚੀਮਾ ਜੀ ਨੇ ਇਹ ਗੱਲ ਕਹੀ ਹੈ ਤਾਂ ਉਹ ਗਲਤ ਨਹੀਂ ਹੋ ਸਕਦੀ। ਉਹ ਬਹੁਤ ਹੀ ਜ਼ਿੰਮੇਵਾਰ ਸਾਡੇ ਫਾਈਨੈਂਸ ਮਿਨਿਸਟਰ ਹੈਗੇ ਹੈ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਪੇਸ਼ ਕਰਾਂਗੇ। ਠੀਕ ਹੈ, ਸਾਡੇ ਨਾਲ ਕਿਸਾਨ ਆਗੂ ਜੰਗਵੀਰ ਜੀ ਜੁੜ ਚੁੱਕੇ ਨੇ। ਜੰਗਵੀਰ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਜੰਗਵੀਰ ਜੀ, ਕਿਵੇਂ ਵੇਖਦੇ ਹੋ ਅੱਜ ਜਿਹੜਾ ਕਿਸਾਨੀ ਬਿੱਲ ਨੂੰ ਤੋਂ ਬਾਅਦ ਜਿਹੜਾ ਹੁਣ ਬਿਜਲੀ ਸੋਧ ਬਿੱਲ ਹੈ? ਹਾਲਾਂਕਿ ਜਦੋਂ ਮੋਰਚਾ ਲੱਗਿਆ ਉਦੋਂ ਕਿਸਾਨਾਂ ਦੇ ਨਾਲ ਗੱਲਬਾਤ ਵੀ ਹੋਈ, ਗੱਲਬਾਤ ਦੇ ਨਾਲ ਇਹ ਸਹਿਮਤੀ ਵੀ ਬਣੀ ਕਿ ਜਦੋਂ ਵੀ ਇਸ ਤਰ੍ਹਾਂ ਦਾ ਬਿੱਲ ਕਦੇ ਆਵੇਗਾ ਕਿਸਾਨਾਂ ਦੇ ਨਾਲ ਪਹਿਲਾਂ ਤਾਲਮੇਲ ਬਿਠਾ ਲਿਆ ਜਾਵੇਗਾ। ਕਿਹੜੇ ਕਾਰਪੋਰੇਟਸ ਆ ਰਹੇ ਨੇ ਉਹਨਾਂ ਦੇ ਨਾਲ ਸਾਂਝੀ ਤਾਲਮੇਲ ਤਾਂ ਬਿਠਾਈ ਜਾਵੇਗੀ। ਕਿ ਕਿਸਾਨਾਂ ਨੂੰ ਹੁਣ ਕਿਵੇਂ ਲੱਗਦਾ ਹੈ, ਕਿਤੇ ਨਾ ਕਿਤੇ ਠੱਗੇ ਮਹਿਸੂਸ ਕਰ ਰਹੇ ਹੋ? ਚਰਨਜੀਤ ਜੀ, ਕੱਲਾ ਕਿਸਾਨ ਹੀ ਨਹੀਂ ਠੱਗਿਆ ਮਹਿਸੂਸ ਕਰ ਰਿਹਾ। ਹਰੇਕ ਪਾਰਟੀ ਤੋਂ ਕੋਈ ਵੀ ਨਵੀਂ ਸਰਕਾਰ ਆਉਂਦੀ ਆ, ਹਰੇਕ ਦੇਸ਼ ਵਾਸੀ ਠੱਗਿਆ ਮਹਿਸੂਸ ਕਰ ਰਿਹਾ ਹੈ। ਆ ਗੱਲ ਕਰਦੇ ਆ ਅਸੀਂ ਬੀਜੇਪੀ ਦੀ, ਔਰ ਬੀਜੇਪੀ ਨੇ ਦੇਖੋ ਵਾਅਦਾ ਖਿਲਾਫੀ ਕੀਤੀ ਆ ਸਾਡੇ ਨਾਲ। ਔਰ ਬਿਜਲੀ ਬਿੱਲ 2020 ਤੇ ਪਰਾਲੀ ਵਾਲਾ ਬਿੱਲ ਜਿਹੜਾ ਆ, ਉੱਥੇ ਤੋਮਰ ਸਾਹਿਬ ਨਾਲ ਮੀਟਿੰਗਾਂ ਹੁੰਦੀਆਂ ਸੀ ਸਾਡੀਆਂ ਵਿਗਿਆਨ ਭਵਨ ਦੇ ਵਿੱਚ। ਸੋ ਉਹਨਾਂ ਨੇ ਉਸ ਵੇਲੇ ਵਾਅਦਾ ਕੀਤਾ ਸੀਗਾ ਕਿ ਬਿੱਲ ਅਸੀਂ ਲੈ ਕੇ ਆਵਾਂਗੇ, ਨਹੀਂ ਇਹ ਟੇਬਲ ਨਹੀਂ ਕਰਾਂਗੇ ਬਿੱਲ। ਪਰ ਅੱਜ ਜਿਹੜਾ ਉਹਨਾਂ ਨੇ ਬਿੱਲ ਵੀ ਟੇਬਲ ਕਰ ਦਿੱਤਾ ਤੇ ਜਿਹੜੀਆਂ MSP ਤੇ ਕਮੇਟੀ ਦੀਆਂ ਮੰਗਾਂ ਤੇ ਹੋਰ ਮੰਗਾਂ ਉਹ ਤੋਂ ਵੀ ਵਾਅਦਾ ਖਿਲਾਫੀ ਇਹਨਾਂ ਨੇ ਕੀਤੀ ਹੈ। ਤੋਂ ਇਸ ਤੋਂ ਜ਼ਾਹਰ ਹੁੰਦਾ ਆ ਕਿ ਆਪਣੀ ਮਰਜ਼ੀ ਨਾਲ ਹੀ ਬਿੱਲ ਲੈ ਕੇ ਆਏ ਸੀ 3 ਖੇਤੀ ਕਾਨੂੰਨ, ਹੁਣ ਵੀ ਆਪਣੀ ਮਰਜ਼ੀ ਨਾਲ ਹੀ ਬਿੱਲਾਂ ਨੂੰ ਟੇਬਲ ਕਰਕੇ ਤੇ ਉਹਨੂੰ ਪਾਸ ਕਰਾਉਣ ਦੇ ਵਿੱਚ ਜੁਟੇ ਹੋਏ ਹੈ। ਮੈਂ ਤਾਂ ਚਾਹੁੰਦਾ ਸੀ ਕਿ ਅੱਜ ਕੋਈ ਬੀਜੇਪੀ ਦਾ ਨੁਮਾਇੰਦਾ ਵੀ ਡਿਬੇਟ ਦੇ ਵਿੱਚ ਬੈਠਾ ਹੁੰਦਾ, ਫਿਰ ਉਹਨਾਂ ਤੋਂ ਪੁੱਛਦੇ ਆ, ਕਿਉਂਕਿ ਵਾਅਦੇ ਤੇ ਦਾਅਵੇ ਤਾਂ ਬਹੁਤ ਵੱਡੇ ਕਰ ਰਹੇ ਆ। ਔਰ ਮੇਰੀ ਇਸ ਤੋਂ ਪਹਿਲਾਂ 11 ਕੁ ਵਜੇ ਦੀ ਗੱਲ ਆ, ਉਸ ਵੇਲੇ ਮੇਰੇ ਨਾਲ ਇਹਨਾਂ ਦੇ ਹਰਜੀਤ ਗਰੇਵਾਲ ਜੀ ਜੁੜੇ ਸੀ ਬੀਜੇਪੀ ਤੋਂ, ਆਪਣਾ ਲਿਵਿੰਗ ਇੰਡੀਆ ਤੇ ਉਸ ਵੇਲੇ ਇਹ ਗੱਲ ਕਹਿ ਰਹੇ ਸੀ। ਮਲਹੋਤਰਾ ਸਾਹਿਬ ਬੈਠੇ ਆ, ਮੈਂ ਤਾਂ ਗੱਲ ਕਰਨ ਲੱਗਿਆ। ਉਹ ਕਹਿੰਦੇ ਸੀ ਕਿ ਜੇ ਇਹ ਸਟੇਟਾਂ ਤੋਂ ਬਗੈਰ, ਪੁੱਛਣ ਤੋਂ ਬਗੈਰ ਜਿਹੜਾ ਆ ਅਸੀਂ ਬਿੱਲ ਟੇਬਲ ਨਹੀਂ ਕਰ ਸਕਦੇ। ਉਹਨਾਂ ਦੀ ਸਹਿਮਤੀ ਦੇ ਨਾਲ ਹੀ ਕੀਤਾ ਬਿੱਲ ਟੇਬਲ। ਸੋ ਉਹਨਾਂ ਨੂੰ ਅਸੀਂ ਕਿਹਾ ਸੀਗਾ ਕਿ ਤੁਸੀਂ ਦੱਸੋ ਨਾ ਦੱਸੋ, ਤੁਸੀਂ ਸਾਨੂੰ ਪ੍ਰੂਫ ਦੇ ਦਿਓ ਵੀ ਕਿਹਨੇ ਸਹਿਮਤੀ ਦਿੱਤੀ ਹੈ। ਕਿਉਂਕਿ ਭਗਵੰਤ ਮਾਨ ਜੀ ਵੱਖਰਾ ਬਿਆਨ ਦੇਈ ਜਾਂਦੇ ਆ, ਬਾਕੀ ਇਹਨਾਂ ਦੇ ਪਾਰਟੀ ਦੇ ਨੁਮਾਇੰਦੇ ਵੱਖਰਾ ਬਿਆਨ ਦੇਈ ਜਾਂਦੇ ਆ, ਕਹਿੰਦੇ ਅਸੀਂ ਬਿੱਲ ਟੇਬਲ ਕਰ ਹੀ ਨਹੀਂ ਸਕਦੇ ਇਹਨਾਂ ਦੀ ਸਹਿਮਤੀ ਤੋਂ ਬਗੈਰ। ਸੋ ਕਿਤੇ ਨਾ ਕਿਤੇ ਇਹਨਾਂ ਦੀ ਸਹਿਮਤੀ ਹੋਈ ਹੈ। ਮਲਹੋਤਰਾ ਸਾਹਿਬ ਤੋਂ ਮੈਂ ਪੁੱਛਦਾ ਕਿ ਇਹਦਾ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਕਿ ਕਿਤੇ ਸਹਿਮਤੀ ਜਤਾ ਕੇ ਤਾਂ ਨਹੀਂ ਬਿੱਲ ਪਾਸ ਹੋਇਆ ਕਿ ਇੱਧਰੋਂ ਤੁਸੀਂ ਆਪਣੇ ਹਿਸਾਬ ਦੇ ਨਾਲ ਬਿਆਨਬਾਜ਼ੀ ਵੀ ਕਰੀ ਜਾਂਦੇ ਹੋ। ਜਿਸ ਤਰ੍ਹਾਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਅਕਾਲੀ ਦਲ ਦੀ, ਚਲੋ ਉਸ ਵੇਲੇ ਬੀਬਾ ਹਰਸਿਮਰਤ ਕੌਰ ਨੇ ਇਹਨਾਂ ਬਿੱਲਾਂ ਦੀ ਹਮਾਇਤ ਵੀ ਕੀਤੀ ਸੀ, ਪਰ ਜਦੋਂ ਉਹਨਾਂ ਨੇ ਲੋਕਾਂ ਦਾ ਰੋਹ ਦੇਖਿਆ, ਉਹਨਾਂ ਨੇ ਉਹਦੇ ਵਿੱਚੋਂ ਵਾਪਸ ਵੀ ਆ ਗਏ ਸੀ। ਉਹਨਾਂ ਨੇ ਦੇਖਿਆ ਵੀ ਇਹ ਜਿਹੜਾ ਆ ਲੋਕ ਖਿਲਾਫ ਹੋ ਜਾਣਗੇ। ਚਲੋ ਮੈਂ ਕਹਿੰਦਾ ਉਹਨਾਂ ਨੇ ਸਮਝਦਾਰੀ ਕੀਤੀ ਹੈ। ਤੇ ਇਸ ਤਰ੍ਹਾਂ ਮੋਦੀ ਸਾਹਿਬ ਨੇ 3 ਬਿੱਲ, ਮੈਂ ਤਾਂ ਉਹਨਾਂ ਨੂੰ ਗੱਲ ਸਿੱਧੀ ਕਹੀ ਹੈ ਜੀ। ਮੈਂ ਕਿਹਾ ਗਰੇਵਾਲ ਸਾਹਿਬ, ਇਹ ਕਹਿੰਦੇ ਗਰੇਵਾਲ ਸਾਹਿਬ ਕਹਿੰਦੇ ਬਿੱਲ ਬਿਲਕੁਲ ਸਹੀ ਆ। ਮੈਂ ਕਿਹਾ ਤੁਸੀਂ ਤਾਂ 3 ਖੇਤੀ ਕਾਨੂੰਨਾਂ ਨੂੰ ਵੀ ਸਹੀ ਕਹਿੰਦੇ ਸੀ। ਜੇ ਮੋਦੀ ਸਾਹਿਬ ਤੁਹਾਡੇ ਵਰਗਿਆਂ ਦੀ ਸਲਾਹ ਲੈ ਲੈਂਦੇ 3 ਬਿੱਲ ਵਾਪਸ ਹੀ ਨਹੀਂ ਹੋਣੇ ਸੀਗੇ। ਤੁਹਾਡੀਆਂ ਰਿਪੋਰਟਾਂ ਜਿਹੜੀਆਂ ਉੱਪਰ ਤੱਕ ਜਾਂਦੀਆਂ ਤੁਸੀਂ ਗਲਤ ਪਹੁੰਚਾਈਆਂ। ਸੋ ਗੱਲ ਇਹ ਆ ਕਿ ਹੁਣ ਮਲਹੋਤਰਾ ਸਾਹਿਬ ਨੂੰ ਮੈਂ ਸਵਾਲ ਕਰਦਾ ਕਿ ਤੁਸੀਂ ਦੱਸੋ ਤੁਸੀਂ ਕਿੰਨੀ ਕੁ ਸਹਿਮਤੀ ਦਿੱਤੀ ਹੈ? ਜਵਾਬ ਦੇ ਦਿਓ ਮਲਹੋਤਰਾ ਸਾਹਿਬ।
ਦੇਖੋ ਚਰਨਜੀਤ ਜੀ, ਕੀ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਜਾਂ ਦੋਗਲੀ ਗੇਮ ਖੇਡ ਸਕਦੀ ਹੈ ਕਿ ਇੱਕ ਪਾਸੇ ਤਾਂ ਕਿਸਾਨਾਂ ਦੀ ਹਮਾਇਤੀ ਹੋਵੇ, ਆਮ ਲੋਕਾਂ ਦੀ ਹਮਾਇਤੀ ਹੋਵੇ, ਉਹਨਾਂ ਨੂੰ ਮੁਫਤ ਬਿਜਲੀ ਦੇਵੇ ਤੇ ਔਰ ਲੋਕਾਂ ਦੇ ਸਾਹਮਣੇ ਇਸ ਕਾਨੂੰਨ ਦਾ ਵਿਰੋਧ ਕਰੇ ਔਰ ਅੰਦਰ ਖਾਤੇ ਜਾ ਕੇ ਸਹਿਮਤੀ ਦੇ ਆਵੇ? ਮੈਂ ਕਹਿੰਦਾ ਜੇ ਅਸੀਂ ਇਹੋ ਜਿਹੀ ਘਟੀਆ ਗੱਲ ਕਰੀਏ, ਅਸੀਂ ਹੱਕਦਾਰ ਹੀ ਨਹੀਂ ਹੈਗੇ ਪਬਲਿਕ ਫੋਰਮ ਤੇ ਖੜੇ ਹੋਣ ਦੇ। ਅਸੀਂ, ਸਾਡੀ ਪਾਰਟੀ ਨੇ ਇਹ ਕੰਮ ਬਿਲਕੁਲ ਨਹੀਂ ਕੀਤਾ ਹੈਗਾ, ਨਾ ਅਸੀਂ ਕੀਤਾ ਹੈ, ਨਾ ਅਸੀਂ ਕਦੀ ਕਰਾਂਗੇ, ਨਾ ਅਸੀਂ ਇਸ ਬਾਰੇ ਸੋਚ ਸਕਦੇ ਹਾਂ। ਅਸੀਂ ਜੋ ਅੰਦਰੋਂ ਹੈਗੇ ਆ ਉਹੀ ਬਾਹਰੋਂ ਹੈਗੇ ਆ, ਔਰ ਅਸੀਂ ਇਸ ਦੀ ਨਾ ਤਾਂ ਕੋਈ ਸਹਿਮਤੀ ਦਿੱਤੀ ਹੈ, ਨਾ ਹੀ ਕਦੀ ਦੇਾਂਗੇ। ਮਲਹੋਤਰਾ ਸਾਹਿਬ, ਕੋਈ ਮੀਟਿੰਗ ਹੋਈ ਸੀ, ਕੋਈ ਇਦਾਂ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਕਿਤੇ ਨਾ ਕਿਤੇ ਇਹ ਸਹਿਮਤੀ ਦੇਣੀ ਹੁੰਦੀ ਹੈ, ਜੋ ਵੀ ਟੇਬਲ ਕਰਨਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਹਰ ਸਟੇਟ ਦਾ ਇੱਕ ਅਧਿਕਾਰ ਹੁੰਦਾ, ਕੋਈ ਮੀਟਿੰਗ ਹੋਈ ਸੀ ਇਦਾਂ ਦੀ? ਕਿਉਂਕਿ ਭਗਵੰਤ ਮਾਨ ਪਿੱਛੇ ਜੇ ਦਿੱਲੀ ਰਹੇ ਆ। ਬਿਲਕੁਲ ਬਿਲकुल ਕੋਈ ਮੀਟਿੰਗ, ਕੋਈ ਸਲਾਹ ਨਹੀਂ ਲਈ, ਕੋਈ ਫੁੱਟ ਨਹੀਂ ਲਿੱਤਾ, ਜਿਹੜਾ ਇੱਕ ਤਰਫਾ ਤਾਨਾਸ਼ਾਹੀ ਤਰੀਕੇ ਦੇ ਨਾਲ ਇਹ ਬਿੱਲ ਜਿਹੜਾ ਪੇਸ਼ ਕੀਤਾ ਗਿਆ। ਠੀਕ ਹੈ ਜੰਗਵੀਰ ਜੀ, ਤੁਸੀਂ ਕਿਵੇਂ ਵੇਖਦੇ ਹੋ? ਇੱਕ ਮੈਂ ਸਵਾਲ ਵੀ ਕਰ ਦੇਣਾ ਚਾਹੁੰਦਾ, ਤੁਸੀਂ ਆਪਣਾ ਪੱਖ ਵੀ ਰੱਖਦੇ ਹੋ। ਇੱਕ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਤੁਹਾਡੇ ਨਾਲ ਇੱਕ ਸਹਿਮਤੀ ਦਾ ਕਿਤੇ ਪ੍ਰਪੋਜ਼ਲ ਤਿਆਰ ਕੀਤਾ ਜਾਂਦਾ ਕਿ ਉਹ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਨਹੀਂ ਹੁੰਦਾ? ਕਿਉਂਕਿ ਕਿਸਾਨਾਂ ਦੇ ਨਾਲ ਇੱਕ ਸਹਿਮਤੀ ਪ੍ਰਗਟਾਈ ਗਈ ਹੈ, ਇੱਕ ਖੇਤੀ ਮੰਤਰੀ, ਇੱਕ ਦੇਸ਼ ਦਾ ਇੱਕ ਟੇਬਲ ਹੁੰਦਾ, ਉਸ ਟੇਬਲ ਤੇ ਬਹਿ ਕੇ ਗੱਲ ਹੋਈ ਹੈ, ਉਸ ਦੇ ਵਿੱਚ ਜੋ ਸੁਝਾਅ ਲਏ ਗਏ ਨੇ ਉਹ ਸਾਰਾ ਲਿਖਤੀ ਰੂਪ ਦੇ ਵਿੱਚ ਹੈ, ਹੁਣ ਉਹਨੂੰ ਟੇਬਲ ਕਰ ਦਿੱਤਾ ਜਾਂਦਾ ਹੈ। ਕਿ ਇਹ ਕਾਨੂੰਨੀ ਪ੍ਰਕਿਰਿਆ ਤੋਂ ਦੂਰ ਨਹੀਂ ਹੁੰਦਾ? ਜੇਕਰ ਤੁਸੀਂ ਅੱਗੇ ਕੋਰਟਾਂ ਦੇ ਰਾਹ ਜਾਓਗੇ ਤਾਂ ਉੱਥੇ ਜਾ ਕੇ ਇਹ ਕੁਐਸ਼ ਨਹੀਂ ਹੋਏਗਾ? ਦੇਖੋ, ਗੱਲ ਇਸ ਤਰ੍ਹਾਂ ਕਿ ਕਾਨੂੰਨ ਦਾ ਸਹਾਰਾ ਤਾਂ ਅਸੀਂ ਪਹਿਲਾਂ ਵੀ ਨਹੀਂ ਲੈਂਦੇ, ਪਰ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰਦੇ ਹਾਂ। ਜਦੋਂ ਵਿਗਿਆਨ ਭਵਨ ਦੇ ਵਿੱਚ ਮੀਟਿੰਗਾਂ ਸਾਡੀਆਂ ਹੁੰਦੀਆਂ ਸੀ, ਤੁਸੀਂ ਤੋਮਰ ਸਾਹਿਬ ਦੀਆਂ ਬਾਈਟਾਂ ਕਢਾ ਕੇ ਦੇਖ ਲਓ, ਸਾਡੀਆਂ ਬਾਈਟਾਂ ਕਢਾ ਕੇ ਦੇਖ ਲਓ, ਉਹ ਤੋਂ ਸਪਸ਼ਟ ਹੋ ਜਾਣਾ ਕਿ ਕਿਹਨੇ ਬਿਆਨ ਦਿੱਤੇ ਆ, ਕਿਹੜੀ ਗੱਲਬਾਤ ਹੋਈ ਹੈ। ਉਸ ਵੇਲੇ ਤਾਂ ਕਲੀਅਰ ਇਹ ਗੱਲ ਹੋ ਗਈ ਸੀ ਕਿ ਬਿੱਲ ਟੇਬਲ ਨਹੀਂ ਕਰਾਂਗੇ, ਬਿੱਲ ਨੂੰ ਅਸੀਂ ਪਾਰਲੀਮੈਂਟ 'ਚ ਨਹੀਂ ਲੈ ਕੇ ਜਾਵਾਂਗੇ। ਸੋ ਦੂਜੀ ਗੱਲ, ਮਲਹੋਤਰਾ ਸਾਹਿਬ ਕਹਿੰਦੇ ਆ ਕਿ ਅਸੀਂ ਦੋਹਰੀ ਰਾਜਨੀਤੀ ਨਹੀਂ ਕਰਦੇ। ਮੈਂ ਸਹਿਮਤ ਹਾਂ ਇਹਨਾਂ ਦੇ ਨਾਲ, ਕਿਉਂਕਿ ਇਹ 2-3 ਦਿਨ ਪਹਿਲਾਂ ਧੂਰੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਅਸੀਂ ਤਾਂ ਬੜੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਸੰਜੀਦਾ ਆ, ਨਹਿਰਾਂ ਨੂੰ ਥੱਲਿਓਂ ਕੱਚਾ ਰੱਖਿਆ ਜਾਊਗਾ। ਇਹਨਾਂ ਦੇ ਨੋਟਸ ਵਿੱਚ ਵੀ ਹੋਣੀ ਆ ਗੱਲ ਮਲਹੋਤਰਾ ਸਾਹਿਬ ਦੇ। ਸੋ ਮੈਂ ਦੋਹਰੀ ਰਾਜਨੀਤੀ ਦੀ ਗੱਲ ਕਰਦਾ ਜੀ। ਇੱਕ ਪਾਸੇ ਤਾਂ ਨਹਿਰਾਂ ਦੇ ਥੱਲੇ ਪੰਜਾਬ ਦੇ ਵਿੱਚ ਪੱਕੇ ਕੀਤੇ ਜਾ ਰਹੇ, ਤਰਪਾਲ ਪਾ ਰਹੀ ਹੈ, ਤੇ ਦੂਜੇ ਪਾਸਿਓਂ ਜਿਹੜੇ ਆ ਭਗਵੰਤ ਮਾਨ ਜੀ ਇਹ ਵੱਧਵੀਂ ਬਿਆਨਬਾਜ਼ੀ ਕਰ ਰਹੇ ਕਿ ਅਸੀਂ ਨਹਿਰਾਂ ਦੇ ਥੱਲੇ ਕੱਚੇ ਰੱਖਣੇ। ਮੈਨੂੰ ਇਹਦਾ ਸਪਸ਼ਟੀਕਰਨ ਦੇਣ ਮਲਹੋਤਰਾ ਸਾਹਿਬ ਕਿ ਦੋਹਰੀ ਜਿਹੜੀ ਆ ਰਾਜਨੀਤੀ ਇਹ ਕਿਉਂ ਕਰ ਰਹੇ ਆ? ਮਲਹੋਤਰਾ ਸਾਹਿਬ ਕਿਉਂ ਕਰ ਰਹੇ ਹੋ ਦੋਹਰੀ ਰਾਜਨੀਤੀ? ਸਿੱਧਾ ਸਵਾਲ ਹੈ ਜਗਵੀਰ ਚੌਹਾਨ ਜੀ ਦਾ। ਨਹੀਂ ਦੇਖੋ, ਇਹ ਥੋੜਾ ਸਮਝ ਵਿੱਚ ਫਰਕ ਹੈਗਾ ਕਿ ਜੇ ਆਪਾਂ ਮੰਨ ਲਓ ਇੱਕ ਏਰੀਏ ਤੋਂ ਕਈ 100 ਕਿਲੋਮੀਟਰ ਪਾਣੀ ਲੈ ਕੇ ਜਾਣਾ ਹੈਗਾ, ਇਹ ਕੋਈ ਸਿਆਣਪ ਨਹੀਂ ਹੈ ਕਿ ਉਹ ਨਹਿਰਾਂ ਜਿਹੜੀਆਂ ਕੱਚੀਆਂ ਰੱਖੀਆਂ ਜਾਣ। ਕਿਉਂਕਿ ਜੇ ਆਪਾਂ ਮੰਨ ਲਓ ਕੁਝ ਜਿੰਨੀ ਵੀ ਕੁਆਂਟੀਟੀ ਆਪਾਂ ਪਾਣੀ ਉੱਥੇ ਪਹੁੰਚਾਣਾ ਹੈਗਾ, ਉਸ ਤੋਂ ਕਈ ਗੁਣਾ ਜਿਹੜਾ, ਕਈ 10, 15, 20 ਗੁਣਾ ਜਿਹੜਾ ਪਾਣੀ ਜ਼ਮੀਨ ਵਿੱਚ ਹੀ ਜਿਹੜਾ ਖੱਪ ਜਾਣਾ ਹੈਗਾ, ਜ਼ਮੀਨ ਵਿੱਚ ਹੀ ਜਿਹੜਾ ਖਤਮ ਹੋ ਜਾਣਾ ਹੈਗਾ। ਤਾਂ ਇਸ ਵਿੱਚ ਕੋਈ ਸਿਆਣਪ ਨਹੀਂ ਹੈਗੀ। ਸੋ ਇਸ ਤੋਂ ਚੰਗਾ ਇਹ ਹੈਗਾ ਕਿ ਬਈ ਆਪਾਂ ਸੋਲਿਡ ਉਹ ਬਣਾਈਏ ਜਿੰਨਾ ਕੁ ਉਸ ਦੇ ਨਾਲ ਮਿਨੀਮਮ ਪਾਣੀ ਜਿਹੜਾ ਸਾਡੇ ਉਸ ਰਸਤੇ, ਉਸ ਸਾਈਡ ਨੂੰ ਜਾਏਗਾ, ਔਰ ਜਿਹੜਾ ਬਚਿਆ ਹੋਇਆ ਪਾਣੀ ਹੈਗਾ ਆਪਾਂ ਆਪਣੀ ਸਟੇਟ ਵਿੱਚ ਜਿੱਥੇ ਸਾਨੂੰ ਚਾਹੀਦਾ ਉੱਥੇ ਨਹਿਰਾਂ ਪਾ ਕੇ ਪਹੁੰਚਾ ਸਕਦੇ ਹਾਂ। ਪਰ ਮਲਹੋਤਰਾ ਸਾਹਿਬ, ਸਵਾਲ ਇਹ ਖੜਾ ਹੁੰਦਾ ਰਿਪੇਰੀਅਨ ਲਾ ਇਹ ਕਦੇ ਨਹੀਂ ਕਹਿੰਦਾ ਕਿ ਤੁਸੀਂ ਜ਼ਮੀਨ ਨੂੰ ਉਸ ਲੈਵਲ ਦਾ ਪੱਕਾ ਕੀਤਾ ਜਾਵੇ, ਕਿਉਂਕਿ ਰਿਪੇਰੀਅਨ ਲਾ ਦੇ ਜਿਹੜੇ ਰੂਲਸ ਨੇ ਉਹ ਕਹਿੰਦੇ ਨੇ ਕਿ ਜਿੱਥੋਂ ਪਾਣੀ ਵਹਾਅ ਨਿਕਲਦਾ ਹੈ ਉਸ ਜ਼ਮੀਨ ਦੀ ਪਹਿਲਾ ਰਾਈਟ ਹੈ। ਬਿਲਕੁਲ ਦੇਖੋ, ਉਸ ਜ਼ਮੀਨ ਦਾ ਪਹਿਲਾ ਰਾਈਟ ਹੈਗਾ। ਔਰ ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਹੁਣ ਤੱਕ ਜਿਹੜਾ ਪਾਣੀ ਰਾਜਸਥਾਨ ਨੂੰ ਗਿਆ, ਹਰਿਆਣਾ ਨੂੰ ਗਿਆ ਜਾਂ ਹੋਰ ਸਟੇਟਸ ਨੂੰ ਗਿਆ ਹੈਗਾ, ਪੰਜਾਬ ਨੂੰ ਉਸਦਾ ਮੁਆਵਜ਼ਾ ਮਿਲਣਾ ਚਾਹੀਦਾ ਹੈਗਾ। ਪਰ ਕਿਉਂਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਇਸ ਬਾਰੇ ਕੁਝ ਕੀਤਾ ਹੀ ਨਹੀਂ ਹੈਗਾ, ਪੰਜਾਬ ਦੇ ਹੱਕਾਂ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਹੈਗਾ। ਸੋ ਇਹ ਹੁਣ ਨਵੇਂ ਸਿਰਿਓਂ ਸਾਨੂੰ ਇਹ ਸ਼ੁਰੂਆਤ ਕਰਨੀ ਪਏਗੀ। ਔਰ ਜਿੱਥੇ ਤੱਕ ਤੁਸੀਂ ਗੱਲ ਕਰ ਰਹੇ ਹੋ, ਦੇਖੋ ਦਰਿਆਵਾਂ ਦੀ ਗੱਲ ਹੈਗੀ ਹੈ, ਉਹ ਰਿਪੇਰੀਅਨ ਰਾਈਟਸ ਦੀ, ਪਰ ਜਿੱਥੇ ਇੱਕ ਫਾਰਮਲ ਤਰੀਕੇ ਨਾਲ ਜੇ ਕਿਧਰੇ ਪਾਣੀ ਪਹੁੰਚਾਉਣ ਦੀ ਗੱਲ ਹੈਗੀ ਹੈ, ਗਵਰਨਮੈਂਟ ਦੀ ਪਾਲਿਸੀ ਹੈਗੀ ਹੈ, ਤਾਂ ਉੱਥੇ ਵਾਜਬ ਹੈਗਾ ਕਿ ਆਪਾਂ ਪਾਣੀ ਦੇ ਲਾਸ ਨੂੰ ਬਚਾਈਏ ਔਰ ਘੱਟੋ ਘੱਟ ਪਾਣੀ ਜਿਹੜਾ ਸਟੇਟ ਦਾ ਜਾਵੇ, ਬਾਕੀ ਪਾਣੀ ਸਟੇਟ ਬੱਚੇ ਸਟੇਟ ਦੇ ਲਈ, ਔਰ ਜਿੱਥੇ ਸਟੇਟ ਨੂੰ ਲੋੜ ਹੈਗੀ ਹੈ ਸਟੇਟ ਉੱਥੇ ਪਹੁੰਚਾਵੇ। ਠੀਕ ਹੈ ਮਲਹੋਤਰਾ ਸਾਹਿਬ ਪਾਣੀ ਬਚਾਉਣ ਦੀ ਗੱਲ ਕਰਦੇ ਆ, ਤੁਸੀਂ ਬੰਦੇ ਨੂੰ ਬੰਦਾ ਸਮਝਦੇ ਆ? ਇੱਕ ਬੰਦਾ ਛੋਟਾ ਹੋ ਗਿਆ ਜੇ ਇੱਕ ਬੰਦਾ ਵੱਡਾ ਹੋ ਗਿਆ, ਜੇ ਕੱਦ ਦੇ ਮਗਰ ਚੱਲੀਏ ਜਾਂ ਉਹਦੇ ਫਲਾਵਟ ਦੇ ਵਿੱਚ ਚੱਲੀਏ, ਬੰਦੇ ਨੂੰ ਬੰਦਾ ਸਮਝਾਂਗੇ ਨਾ। ਇੱਕ ਜੇ ਮਨੁੱਖ ਆ ਤੇ ਇਨਸਾਨ ਆ, ਉਹਨੂੰ ਤਾਂ ਇਨਸਾਨ ਸਮਝਾਂਗੇ। ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੀਆਂ ਨਹਿਰਾਂ, ਮੈਂ ਗੱਲ ਫਿਰ ਉਹੀ ਕਰਦਾ ਕਿ ਪੰਜਾਬ ਦੀਆਂ ਨਹਿਰਾਂ ਦੇ ਥੱਲੇ ਕੱਚੇ ਰੱਖੇ ਜਾਊਗੇ। ਜੇ ਇੱਕ ਨਹਿਰ ਦੀ ਗੱਲ ਕਰਦੇ ਆ ਨਾ, ਜੇ ਉਹਨਾਂ ਨੂੰ ਇਸ ਤਰ੍ਹਾਂ ਪਾਣੀ ਦੀ ਗੱਲ ਹੈ, ਉਸ ਨਹਿਰ ਨੂੰ ਚੌੜਾ ਕਰ ਦਿਓ, ਪਾਣੀ ਟੇਲ ਤੱਕ ਪਹੁੰਚਾ ਦਿਓ, ਪਾਣੀ ਜ਼ਿਆਦਾ ਛੱਡ ਦਿਓ।
ਜਿੱਥੇ 467 ਕਿਊਸਕ ਫੁੱਟ ਪਾਣੀ ਛੱਡਿਆ ਜਾਣਾ ਚਾਹੀਦਾ ਉੱਥੇ 250 ਕਿਊਸਕ ਫੁੱਟ ਪਾਣੀ ਛੱਡ ਕੇ ਤੁਸੀਂ ਕਹਿੰਦੇ ਅਸੀਂ ਟੇਲ ਤੱਕ ਪਹੁੰਚਾ ਦਾਂਗੇ। ਕਿਸ ਤਰ੍ਹਾਂ ਪਹੁੰਚਾ ਦਿਓਗੇ ਤੁਸੀਂ? ਦੇਖੋ, ਪਹਿਲੀ ਗੱਲ ਤਾਂ ਮੈਂ ਇਸ ਵਿਸ਼ੇ ਦੇ ਉੱਤੇ ਕੋਈ ਫਾਈਨਲ ਅਥਾਰਟੀ ਨਹੀਂ ਹੈਗਾ, ਔਰ ਇਹ ਜਿਹੜਾ ਕੰਮ ਚੱਲ ਰਿਹਾ ਹੈਗਾ ਪਿਛਲੇ 75 ਸਾਲਾਂ ਤੋਂ ਚੱਲ ਰਿਹਾ। ਅਸੀਂ ਤਾਂ 4 ਮਹੀਨੇ ਹੋਏ ਆਏ ਆ। ਸਾਡਾ ਮਕਸਦ ਇਹ ਹੈਗਾ ਕਿ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਪੰਜਾਬ ਦੇ ਲਈ ਇਸਤੇਮਾਲ ਹੋਵੇ। ਇੱਕ ਵੀ ਬੂੰਦ ਜਿਹੜੀ ਹੈ ਕਿਸੇ ਵੀ ਸਟੇਟ ਨੂੰ ਜਾਂ ਕਿਸੇ ਵੀ ਪਾਸੇ ਨਾ ਤਾਂ ਫालतू ਜਾਏ ਨਾ ਹੀ ਵੇਸਟ ਹੋਵੇ। ਸੋ ਇਸ ਮਕਸਦ ਨੂੰ ਲੈ ਕੇ ਜੋ ਕੁਝ ਵੀ ਕਰਨਾ ਪਏਗਾ ਅਸੀਂ ਉਹ ਕਰਾਂਗੇ। ਠੀਕ ਹੈ ਜੀ। ਮੈਂ ਕਾਂਗਰਸ ਦੇ ਬੁਲਾਰੇ ਦੇ ਵੱਲ ਚੱਲਦਾ ਹੈ। ਜਸਪ੍ਰੀਤ ਜੀ, ਸਿੱਧਾ ਸਵਾਲ ਕਰਨਾ ਚਾਹੁੰਦਾ ਹੈ ਕਿ ਹੁਣ ਕਿਤੇ ਨਾ ਕਿਤੇ ਇਹ ਰੁਖ ਲੱਗ ਰਿਹਾ ਕਿ ਕਿਤੇ ਨਾ ਕਿਤੇ ਕਾਂਗਰਸ ਬੈਕਫੁੱਟ ਤੇ ਹੈ, ਕਿਉਂਕਿ ਕਾਂਗਰਸ ਜਿਸ ਤਰ੍ਹਾਂ ਦੇ ਨਾਲ ਆਪਣਾ ਰੋਲ ਨਿਭਾ ਸਕਦੀ ਸੀ ਉਸ ਤਰ੍ਹਾਂ ਨਹੀਂ ਨਿਭਾਇਆ ਜਾ ਰਿਹਾ। ਤਾਈਓ ਕਿਤੇ ਨਾ ਕਿਤੇ ਮੋਦੀ ਸਰਕਾਰ ਵੱਲੋਂ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ। ਇਹ ਵਿਰੋਧ ਵੀ ਹੈ, ਇਹ ਤੁਹਾਡੇ ਵੱਲੋਂ ਵੀ ਕਿਹਾ ਜਾਂਦਾ, ਹੋਰ ਵਿਰੋਧੀ ਪਾਰਟੀਆਂ ਵੱਲੋਂ ਵੀ ਕਿਹਾ ਜਾਂਦਾ। ਹੁਣ ਤੁਹਾਡਾ ਅਗਲਾ ਸਟੈਂਡ ਕੀ ਹੈ, ਖਾਸ ਕਰਕੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਐਕਟੀਵਿਟੀ ਕੀ ਕਰਨ ਜਾ ਰਹੇ ਹੋ? ਕਿਉਂਕਿ ਮਹਿੰਗਾਈ ਨੂੰ ਲੈ ਕੇ ਤਾਂ ਤੁਸੀਂ ਜ਼ਰੂਰ ਧਰਨੇ ਲਾਏ, ਜੇਕਰ ਰਾਹੁਲ ਗਾਂਧੀ ਦੇ ਉੱਤੇ ਈਡੀ ਦਾ ਪ੍ਰੈਸ਼ਰ ਹੋਇਆ ਉਦੋਂ ਵੀ ਤੁਸੀਂ ਧਰਨੇ ਲਾਏ, ਹੁਣ ਕਿਸਾਨਾਂ ਨੂੰ ਲੈ ਕੇ ਕੀ ਕਰਨ ਜਾ ਰਹੇ ਹੋ? ਨਹੀਂ ਦੇਖੋ, ਜਦੋਂ ਜੇ ਆਪਾਂ ਗੱਲ ਕਰੀਏ ਧਰਨੇ ਲਗਾਏ ਆ ਜਾਂ ਕੁਝ ਵੀ ਕੀਤਾ, ਜੇ ਅੱਜ ਆਪਾਂ ਗੱਲ ਕਰਦੇ ਹਾਂ ਧਰਨਿਆਂ ਦੀ, ਸੋ ਜਿਹੜੀ ਕਾਂਗਰਸ ਪਾਰਟੀ ਆ, ਜੇ ਅੱਜ ਦੀ ਡੇਟ ਯਾਦ ਕਰੋ, ਅੱਜ 8 ਅਗਸਤ ਆ, ਮੇਰੇ ਖਿਆਲ ਤੁਸੀਂ ਵੀ ਪਾਇਆ ਅੱਜ ਸੱਤਿਆਗ੍ਰਹਿ ਦਿਨ ਆ ਕਿ ਜਿੱਦਣ ਗਾਂਧੀ ਜੀ ਨੇ ਸੱਤਿਆਗ੍ਰਹਿ ਸ਼ੁਰੂ ਕੀਤਾ ਸੀਗਾ, ਭਾਰਤ ਛੋੜੋ ਅੰਦੋਲਨ ਸ਼ੁਰੂ ਕੀਤਾ ਸੀਗਾ। ਸੋ ਅਸੀਂ ਤਾਂ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀਆਂ, ਅਸੀਂ ਤਾਂ ਸੰਘਰਸ਼ ਕਰਾਂਗੇ ਜਿੱਥੇ ਤੱਕ ਸਾਡੀ ਹਾਈ ਕਮਾਂਡ ਚਾਹੇਗੀ, ਅਸੀਂ ਉਸ ਸੰਘਰਸ਼ ਦੇ ਵਿੱਚ ਜਾਵਾਂਗੇ। ਤੇ ਜਿਹੜੀ ਗੱਲ ਕਰੀਏ ਇਸ ਟਾਈਮ ਲੋਕ ਸਭਾ ਦੀ ਜਿਹੜੀ ਗੱਲ ਹੋਈ ਹੈ, ਜਿਹੜੀ ਉਹਦੇ ਵਿੱਚ ਉਹਨਾਂ ਨੇ ਆਪੱਤੀ ਜਤਾਈ ਹੈ ਕਿ ਕਾਂਗਰਸ ਹਿੱਲੀ ਜੁਲੀ ਹੋਈ ਹੈ, ਸਿਰਫ ਇਹ ਸੀਗਾ ਕਿ ਕਾਂਗਰਸ ਕੋ ਇਸ ਟਾਈਮ ਉੱਥੇ ਬਹੁਮਤ ਨਹੀਂ ਹੈਗਾ ਲੋਕ ਸਭਾ 'ਚ। ਜਦੋਂ ਬਹੁਮਤ ਹੋਏਗਾ ਅਸੀਂ ਆਪਣੇ ਅਕੋਰਡਿੰਗਲੀ ਵਿਰੋਧ ਕਰ ਸਕਦੇ ਹਾਂ। ਤੇ ਜਿਹੜੀ ਗੱਲ ਕੀਤੀ ਜਾਵੇ ਪਾਣੀਆਂ ਦੀ, ਜਿੱਦਾਂ ਪਾਣੀਆਂ ਦਾ ਮਸਲਾ ਸੀਗਾ, ਸਾਡੇ ਕਿਸਾਨ ਆਗੂ ਜੀ ਨੇ ਚੱਕਿਆ ਕਿ ਉਹ ਜਿੱਦਾਂ ਮਲਹੋਤਰਾ ਸਾਹਿਬ ਨੇ ਕਿਹਾ ਕਿ ਥੱਲਿਓਂ ਨਹਿਰਾਂ ਪੱਕੀਆਂ ਕਰ ਦਿਓ। ਜੇ ਥੱਲਿਓਂ ਨਹਿਰਾਂ ਕੱਚੀਆਂ ਹੋਣਗੀਆਂ ਤਾਂ ਜਿਹੜਾ ਪਾਣੀ ਰਿਸੂਗਾ ਤਾਂ ਨੇੜੇ ਤੇੜੇ ਦੀ ਜ਼ਮੀਨਾਂ ਦੇ ਪਾਣੀ ਦਾ ਪੱਧਰ ਤਾਂ ਉੱਤੇ ਆਊਗਾ। ਚਲੋ ਉਸ ਮੁੱਦੇ ਤੇ ਫੇਰ ਗੱਲ ਕਰਾਂਗੇ ਜਸਪ੍ਰੀਤ, ਉਸ ਮੁੱਦੇ ਤੇ ਫੇਰ ਗੱਲ ਕਰ ਲਾਂਗੇ। ਮੇਰਾ ਮੇਨ ਮੁੱਦਾ ਇਹ ਹੈ, ਮੇਰਾ ਮੇਨ ਕੰਟੈਂਟ ਇਹ ਹੈ ਕਿ ਹੁਣ ਕਿਤੇ ਨਾ ਕਿਤੇ ਕਾਂਗਰਸ ਉਸ ਪ੍ਰੈਸ਼ਰਾਈਜ਼ ਕਿਉਂ ਨਹੀਂ ਕਰ ਰਹੀ? ਸਰਕਾਰ ਦੇ ਉੱਤੇ ਇੱਕ ਪ੍ਰੈਸ਼ਰ ਹੁੰਦਾ ਹੈ ਕਿ ਜੇਕਰ ਕੁਝ ਵੀ ਹੋਇਆ, ਕਿਉਂਕਿ ਜੇ ਮੈਂ ਗੱਲ ਕਰਾਂ ਥੋੜੇ ਪਿੱਛੇ ਦੀ, ਜਦੋਂ ਕਿਸਾਨ ਅੰਦੋਲਨ ਹੋਇਆ ਉਦੋਂ ਕਾਂਗਰਸ ਵੀ ਬੈਕਫੁੱਟ ਤੇ ਸੀ, ਇੱਕ ਟਾਈਮ ਸੀ ਆਪਣੇ ਆਪ ਨੂੰ ਫਰੰਟ ਫੁੱਟ ਤੇ ਲੈਣ ਦਾ। ਉਦੋਂ ਵੀ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਖੁੱਲ ਕੇ ਆਪਣੀ ਲੈਵਲ ਤੇ ਲੜਾਈ ਲੜੀ ਗਈ, ਕਾਂਗਰਸ ਫਿਰ ਉਸ ਬੈਕਫੁੱਟ ਤੇ ਰਹੀ। ਹੁਣ ਕਾਂਗਰਸ ਫਿਰ ਬੈਕਫੁੱਟ ਤੇ ਹੈ, ਫਰੰਟ ਫੁੱਟ ਤੇ ਆ ਸਕਦੀ ਹੈ, ਚੋਣਾਂ ਬਹੁਤ ਨੇੜੇ ਨੇ, ਇਸ ਸਮੇਂ ਕਿਉਂ ਨਹੀਂ ਐਕਟੀਵਿਟੀ ਦਿਖਾਈ ਜਾ ਰਹੀ? ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਵਾਂ ਕਿ ਕਿਸਾਨ ਅੰਦੋਲਨ 'ਚ ਕਾਂਗਰਸ ਕਿਸ ਟਾਈਮ ਦੇ ਉੱਤੇ ਬੈਕਫੁੱਟ ਤੇ ਰਹੀ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਜੇ ਤਾਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕੋਈ ਵੀ ਐਜੀਟੇਸ਼ਨ ਕਰਨ ਤੇ ਰੋਕਿਆ ਗਿਆ ਤਾਂ ਦੱਸੋ, ਜੇ ਕਿਸਾਨਾਂ ਨਾਲ ਉਸ ਟਾਈਮ ਦੇ ਉੱਤੇ ਧੱਕਾ ਹੋਇਆ ਤਾਂ ਦੱਸੋ। ਅਸੀਂ ਵੀ ਉਸ ਅੰਦੋਲਨ ਦੇ ਵਿੱਚ ਜਾਂਦੇ ਰਹੇ ਹਾਂ, ਕਾਂਗਰਸ ਤੋਂ ਅਲੱਗਾ ਹੋ ਕੇ ਜਾਂਦੇ ਰਹੇ ਹਾਂ, ਕੀਤਾ ਸਾਰਾ ਕੁਝ ਕੀਤਾ ਜੋ ਪੰਜਾਬ ਦੇ ਲਈ ਬਣਦੇ ਹੱਕ ਸੀ, ਅਸੀਂ ਬਤੌਰ ਪੰਜਾਬੀ ਹੋ ਕੇ ਕੀਤਾ। ਪਰ ਜੇ ਆਪਾਂ ਗੱਲ ਕਰੀਏ ਕਿ ਕਾਂਗਰਸ ਉਸ ਟਾਈਮ ਤੇ ਮੋਹਰੇ ਨਹੀਂ ਆਈ ਤਾਂ ਉਹ ਪੋਲੀਟੀਕਲੀ ਕੋਈ ਵੀ ਇਸ਼ੂ ਨਹੀਂ ਸੀਗਾ। ਉਹਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਅਸੀਂ ਏਜੰਡਾ ਅੱਗੇ ਨੂੰ ਲੈ ਕੇ ਜਾਣਾ, ਤਾਂ ਅਸੀਂ ਬਤੌਰ ਪੰਜਾਬੀ ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਦੇ ਨਾਲ ਤੁਰੇ ਆ। ਕੋਈ ਏਦਾਂ ਦੀ ਗੱਲ ਨਹੀਂ ਹੈਗੀ। ਤੇ ਜੇ ਗੱਲ ਕਰੀਏ ਇਸ ਟਾਈਮ ਕਾਂਗਰਸ ਜੇ ਵਿਰੋਧ ਬਿਜਲੀ ਬਿੱਲਾਂ ਦਾ ਕਰ ਰਹੀ ਜਾਂ ਨਹੀਂ ਕਰ ਰਹੀ, ਬਿਲਕੁਲ ਵਿਰੋਧ ਕਰ ਰਹੀ ਹੈ। ਵਿਰੋਧ ਕਰ ਰਹੀ ਹੈ ਤਾਂ ਅਸੀਂ ਇੱਥੇ ਬੈਠੇ ਹੈਗੇ ਆ, ਤੁਹਾਡੇ ਨਾਲ ਡਿਬੇਟ ਕਰ ਰਹੇ, ਉਸ ਚੀਜ਼ ਦਾ ਵਿਰੋਧ ਕਰ ਰਹੇ ਹਾਂ। ਜਸਪ੍ਰੀਤ, ਸਵਾਲ ਇਹ ਖੜਾ ਹੁੰਦਾ ਹੈ, ਪੰਜਾਬ ਦੇ ਧਿਰ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜਾਂ ਪ੍ਰਤਾਪ ਸਿੰਘ ਬਾਜਵਾ ਹੋਣ, ਕਿਸੇ ਵੀ ਵੱਡੇ ਲੀਡਰ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ। ਦੇਖੋ ਜੀ, ਉਹ ਟਵਿੱਟਰ ਬਿਆਨ ਕਰਨਗੇ ਹੌਲੀ ਹੌਲੀ, ਹੁਣ ਟਵਿੱਟਰ ਉਹਨਾਂ ਦਾ ਆਉਣਗਾ, ਕਰਨਗੇ ਹੌਲੀ ਹੌਲੀ, ਕਰਦੇ ਪਏ ਨਾ। ਅੱਜ ਦੀ ਦਿਹਾੜੀ ਦੇ ਵਿੱਚ ਤਾਂ ਹੁਣ ਆਉਣਗੇ ਸਾਰਿਆਂ ਦੇ ਬਿਆਨ, ਆ ਹੀ ਰਹੇ ਨੇ ਹੌਲੀ ਹੌਲੀ, ਟਵਿੱਟਰ ਵੀ ਆ ਰਹੇ ਨੇ। ਮੈਂ ਐਜ਼ ਏ ਨੁਮਾਇੰਦਾ ਕਾਂਗਰਸ ਪਾਰਟੀ ਦਾ, ਐਜ਼ ਏ ਸਪੋਕਸਪਰਸਨ ਤੁਹਾਨੂੰ ਕਹਿ ਰਿਹਾ ਕਿ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਪਏ ਹਾਂ। ਜੇ ਨਹੀਂ ਕਰਦੇ, ਜਿੱਥੇ ਨਹੀਂ ਕਰਦੇ ਦੱਸੋ ਕਿ ਜਿੱਥੇ ਅਸੀਂ ਕਾਂਗਰਸ ਨਹੀਂ ਖੜੀ ਹੋਈ ਤਾਂ ਦੱਸ ਦਿਓ। ਸੱਤਿਆਗ੍ਰਹਿ ਅਸੀਂ ਲੋਕਾਂ ਦੇ ਲਈ ਕਰ ਰਹੇ ਹਾਂ। ਮਹਿੰਗਾਈ ਦਾ ਮੁੱਦਾ ਜਿਹੜਾ ਸੀਗਾ ਉਹ ਲੋਕਾਂ ਦਾ ਮੁੱਦਾ ਸੀ, ਇਸ ਕਰਕੇ ਅਸੀਂ ਉਹਦੇ ਉੱਤੇ ਐਜੀਟੇਸ਼ਨ ਕੀਤਾ। ਉਸ ਤੋਂ ਬਾਅਦ ਜੇ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ, ਜੇ ਅੱਜ ਬਿਜਲੀ ਬਿੱਲ ਹੈ ਵੀ ਮਹਿੰਗਾਈ ਦਾ ਹੀ ਮੁੱਦਾ ਆ। ਅਸੀਂ ਤਾਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਇਹ ਜਿਹੜੀ ਬੀਜੇਪੀ ਦੀ ਗਵਰਨਮੈਂਟ ਆ, ਇਹਨੇ ਪੰਜਾਬ ਨੂੰ ਕੀ ਪੂਰੇ ਹਿੰਦੁਸਤਾਨ ਨੂੰ ਬਰਬਾਦ ਕਰਨਾ, ਪ੍ਰਾਈਵੇਟਾਈਜੇਸ਼ਨ ਕਰਨੀ ਹੈ। ਠੀਕ ਹੈ, ਪਰ ਸਵਾਲ ਇਹ ਖੜਾ ਹੁੰਦਾ ਹੈ ਨਾ, ਪ੍ਰਾਈਵੇਟੇਸ਼ਨ ਦੀ ਜਿਹੜੀ ਦੇਣ ਹੈ ਕਾਂਗਰਸ, ਮਨਮੋਹਨ ਸਿੰਘ ਦੇ ਟਾਈਮ ਇਹ ਚੀਜ਼ਾਂ ਹੁੰਦੀਆਂ ਰਹੀਆਂ, ਉਦੋਂ GST ਹੋਵੇ ਜਾਂ ਹੋਰ ਬਿੱਲ ਹੋਣ, ਉਹਨਾਂ ਸਾਰਿਆਂ ਦਾ ਵਿਰੋਧ ਹੋਇਆ, ਉਦੋਂ ਤੁਸੀਂ ਬੈਕਫੁੱਟ ਤੇ ਚਲੇ ਗਏ, ਪਿੱਛੇ ਹਟ ਗਏ ਕਿ ਨਹੀਂ ਲਾਗੂ ਕਰਾਂਗੇ। ਪਰੰਤੂ ਹੁਣ ਉਹੀ ਬਿੱਲਾਂ ਨੂੰ ਕਿਤੇ ਨਾ ਕਿਤੇ ਤਰਤੀਬ ਦਿੱਤੀ ਜਾ ਰਹੀ ਹੈ, ਮੋਦੀ ਸਰਕਾਰ ਸਟਰੋਂਗ ਪਾਵਰ ਦੇ ਵਿੱਚ ਉਹ ਕਰ ਰਹੇ ਨੇ ਐਕਟੀਵਿਟੀ।
ਦੇਖੋ ਗੱਲ ਵਿੱਚ ਜਿਹੜੀ ਹੈਗੀ ਹੈ ਕਿ ਜੇ ਅਸੀਂ ਬੈਕਫੁੱਟ ਤੇ ਹੋਏ ਸੀ, ਜੇ ਉਦੋਂ ਉਸ ਟਾਈਮ ਦੇ ਉੱਤੇ ਮਨਮੋਹਨ ਸਿੰਘ ਜੀ ਨੇ ਇੱਕ ਚੰਗੇ ਨੀਤੀਕਾਰ ਘੜਤ ਹੈਗੇ ਆ ਜਿਹੜੇ ਪੰਜਾਬ ਦੀਆਂ ਜਾਂ ਹਿੰਦੁਸਤਾਨ ਦੀ ਨੀਤੀ ਘੜਦੇ ਨੇ, ਜੇ ਉਹਨਾਂ ਨੂੰ ਲੱਗਿਆ ਕਿ ਹਲੇ ਲੋਕੀ ਇਸ ਚੀਜ਼ ਦੇ ਨਹੀਂ ਹੱਕ 'ਚ ਹੈਗੇ ਤਾਂ ਅਸੀਂ ਉਸ ਟਾਈਮ ਤੇ ਨਹੀਂ ਲਾਗੂ ਕੀਤਾ, ਨਾ ਅਸੀਂ ਉਸ ਚੀਜ਼ ਦੇ ਲਈ ਗਾਂਹ ਪੈਰ ਵਧਾਇਆ। ਇੱਕ ਆਪਸ਼ਨ ਲੋਕਾਂ ਮੂਹਰੇ ਰੱਖੀ ਸੀਗੀ ਕਿ ਇਹ ਆਪਸ਼ਨ ਹੈਗੀ ਆ, ਪਰ ਜੇ ਪਬਲਿਕ ਨੇ ਨਹੀਂ ਐਕਸੈਪਟ ਕੀਤਾ ਤਾਂ ਉਹ ਪਿੱਛੇ ਹਟ ਗਏ। ਕੋਈ ਤਾਨਾਸ਼ਾਹੀ ਮੋਦੀ ਵਾਂਗੂ ਤਾਂ ਨਹੀਂ ਕੀਤੀ ਕਿ ਉਹਨੇ ਤਾਨਾਸ਼ਾਹ ਬਣ ਕੇ ਤਾਂ ਸਾਰਾ ਕੁਝ ਹੀ ਥੋਪ ਦਿੱਤਾ। ਠੀਕ ਹੈ, ਜੇ ਉਦਾਂ ਕੀਤਾ ਤਾਂ ਕਹਿ ਦਿਓ। ਚੀਮਾ ਸਾਹਿਬ, ਸਿੱਧਾ ਸਵਾਲ ਕਰਨਾ ਚਾਹੂੰਗਾ, ਜਿਹੜੀ ਤੁਹਾਡੀ ਪੋਲਿਟਿਕਸ ਹੈ, ਜੋ ਤੁਹਾਡਾ ਸਟਰੀਮ ਹੈ, ਉਹ ਸਿਰਫ ਤੁਹਾਡੇ ਦੋ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਸੰਸਦ ਦੇ ਵਿੱਚ ਨੇ, ਕਿਵੇਂ ਲੜਾਈ ਲੜੋਗੇ? ਆਖਰ ਜੇ ਦੇਖਿਆ ਜਾਵੇ ਟੱਕਰ ਬਹੁਤ ਵੱਡੀ ਹੈ, ਕਿਉਂਕਿ ਪੰਜਾਬ ਦੇ ਵਿੱਚ ਵੀ ਹੁਣ ਕਿਤੇ ਨਾ ਕਿਤੇ ਅਕਾਲੀ ਦਲ ਕਾਫੀ ਜ਼ਿਆਦਾ ਬੈਕਫੁੱਟ ਤੇ ਆ ਚੁੱਕਿਆ, ਲੋਕਾਂ ਦਾ ਉਹ ਸਰਮੌਰ, ਉਹ ਸਾਥ ਨਹੀਂ ਮਿਲ ਰਿਹਾ। ਹੁਣ ਲੜਾਈ ਕਿਸ ਆਗਾਜ਼ ਨਾਲ ਲੜੋਗੇ? ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ, ਵੱਡੇ ਵੱਡੇ ਮੋਰਚੇ ਲੜੇ ਨੇ, ਹੁਣ ਇਹ ਮੋਰਚੇ ਨੂੰ ਕਿਵੇਂ ਸਫਲ ਬਣਾਓਗੇ? ਦੇਖੋ, ਗੁਰੂ ਮਹਾਰਾਜ ਦਾ ਵਰਦਾਨ ਸੀ ਖਾਲਸੇ ਨੂੰ ਵੀ 1.25 ਲੱਖ ਸੇ ਇੱਕ ਲੜਾਉ। ਅੱਜ ਚਾਹੇ ਬੀਬੇ ਹਰਸਿਮਰਤ ਕੌਰ ਨੇ ਆਪਣੀ ਪੂਰੇ ਜ਼ੋਰ ਸ਼ਬਦਾਂ ਨਾਲ ਉੱਥੇ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਹੜੇ ਘੱਟ ਗਿਣਤੀ ਲੋਕ ਸੀ ਉਹਨਾਂ ਦੀਆਂ ਆਵਾਜ਼ਾਂ ਨੂੰ ਉਹਨਾਂ ਨੇ, ਜਿਹੜੇ ਸੈਂਟਰ ਸਰਕਾਰ ਸੀ ਉਹਨਾਂ ਨੇ ਦਬਾਇਆ। ਪਰ ਜਿਹੜੀ ਕਾਂਗਰਸ ਦੀ ਉੱਥੇ ਕਾਫੀ ਜ਼ਿਆਦਾ ਗਿਣਤੀ ਹੈਗੀ ਆ, ਇਹਨਾਂ ਨੇ ਤਾਂ ਆਵਾਜ਼ ਹੀ ਨਹੀਂ ਚੱਕੀ। ਜਿਹੜੇ ਲੋਕ ਉੱਥੇ ਆਵਾਜ਼ ਚੱਕਦੇ ਸੀ ਉਹਨਾਂ ਨੂੰ ਉਹਨਾਂ ਨੇ ਆਵਾਜ਼ ਉਹਨਾਂ ਦੀ ਦਬਾਈ ਆ। ਸੁਖਬੀਰ ਸਿੰਘ ਬਾਦਲ ਹੁਣਾਂ ਨੇ ਤਾਂ ਪਾਰਟੀ ਪ੍ਰੈਜ਼ੀਡੈਂਟ ਨੇ ਸਾਂਝੀ ਸੰਸਦੀ ਕਮੇਟੀ ਦੇ ਵਿੱਚ ਮਤਾ ਲਿਆਉਣ ਦੀ ਮੰਗ ਕੀਤੀ ਸੀ, ਚਿੱਠੀ ਲਿਖ ਕੇ ਵੀ ਇਹਨੂੰ ਡਿਸਕਸ ਕੀਤਾ ਜਾਵੇ। ਕਿਉਂਕਿ ਅੱਜ ਦੇਖਿਆ, ਜਿਵੇਂ ਆਪਾਂ ਲੋਕ ਸਭਾ ਦੇ ਵਿੱਚ ਅੱਜ ਦੇਖ ਰਹੇ ਸੀ ਕਿ ਕਿਸ ਤਰ੍ਹਾਂ ਜਿਹੜੇ ਆਰ.ਕੇ. ਸਿੰਘ ਹੁਣਾਂ ਨੇ ਜਦੋਂ ਬਿੱਲ ਉਹਦਾ ਦੱਸਿਆ ਤੇ ਕਿਸ ਤਰ੍ਹਾਂ ਫਟਾਫਟ ਉਹਨਾਂ ਨੇ ਉਹਨੂੰ ਕਰ ਦਿੱਤਾ ਵੀ ਹਾਂਜੀ ਇੱਧਰਲੇ ਬੰਦੇ ਬੋਲੋ ਉੱਧਰਲੇ ਬੋਲੋ, ਤੇ ਪਾਸ ਉਹ ਕਰ ਦਿੱਤਾ ਜੀ, ਲੈ ਆਂਦਾ ਜੀ। ਦੂਜੇ ਬੰਦਿਆਂ ਦੀ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ ਉੱਥੇ, ਨਾ ਉਹਨਾਂ ਨੇ ਮਾਈਕ ਬੰਦ ਕਰ ਦਿੱਤੇ, ਲੋਕਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਤੇ ਅਕਾਲੀ ਦਲ ਦਾ ਤਾਂ ਸਪਸ਼ਟ ਸਟੈਂਡ ਹੈ ਕਿ ਕੋਈ ਗੱਲ ਨਹੀਂ, ਇਸ ਤੋਂ ਬਾਅਦ ਜਿਹੜਾ ਕਾਨੂੰਨੀ ਚਾਰਾਜੋਈ ਵੀ ਹੋਊਗੀ, ਸੰਘਰਸ਼ ਵੀ ਹੋਣਗੇ, ਸਾਰਾ ਕੁਝ ਹੋਊਗਾ। ਹਲੇ ਰਾਸ਼ਟਰਪਤੀ ਕੋਲ ਬਿੱਲ ਜਾਣਾ ਹੈ ਤੇ ਸਰਵਉੱਚ ਅਦਾਲਤ ਦਾ ਵੀ ਰਾਹ ਹੁੰਦਾ, ਹਲੇ ਰਾਹ ਜਿਹੜੇ ਨੇ ਹੈਗੇ ਨੇ। ਪਰ ਇੱਕ ਸੰਘਰਸ਼ ਜਿਹੜਾ ਲੋਕ ਰੋਹ ਦੇ ਅੱਗੇ ਹਮੇਸ਼ਾ ਹੀ ਜਿਹੜਾ ਪੰਜਾਬ ਨੇ ਜਿਹੜਾ ਕੇਂਦਰ ਨੂੰ ਝੁਕਾਇਆ, ਆਪਾਂ ਦੇਖਿਆ 1 ਸਾਲ ਉੱਥੇ ਅਸੀਂ ਮੋਰਚੇ ਲਾ ਕੇ ਬੈਠੇ ਰਹੇ ਹਾਂ। ਸਾਡੇ ਵੀਰ ਜੰਗਵੀਰ ਹੁਣਾਂ ਦੇ ਸਟੇਜ ਤੋਂ ਮੈਂ ਬੋਲ ਕੇ ਵੀ ਆਇਆ ਸੀ ਉੱਥੇ, ਤੇ ਅਸੀਂ ਦੇਖਿਆ ਕਿ ਲੋਕਾਂ ਨੇ ਤਾਂ ਜਿਹੜੇ ਸੰਘਰਸ਼ ਲੜਨੇ ਨੇ ਉਹ ਲੜੀ ਜਾਣੇ ਨੇ। ਪਰ ਚਾਹੀਦਾ ਹੁਣ ਇਹ ਹੈ ਵੀ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਹੈ, ਇਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਜਿਹੜਾ ਮਤਾ ਲਿਆਉਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ, ਤਾਂ ਕਿ ਇੱਕ ਮੂਵਮੈਂਟ ਜਿਹੜੀ ਆ ਖੜੀ ਕੀਤੀ ਜਾ ਸਕੇ। ਠੀਕ ਹੈ, ਜੰਗਵੀਰ ਚੌਹਾਨ ਜੀ, ਮੈਂ ਤੁਹਾਡਾ ਸਿੱਧਾ ਸਵਾਲ ਕਰਨਾ ਚਾਹੂੰਗਾ, ਜਿਹੜਾ ਇਹ ਬਿੱਲ ਜੇਕਰ ਪਾਸ ਹੋ ਜਾਂਦਾ, ਰਾਜ ਸਭਾ ਦੇ ਵਿੱਚ ਪਾਸ ਹੋ ਜਾਂਦਾ, ਰਾਸ਼ਟਰਪਤੀ ਦੇ ਦਸਤਕ ਹੋ ਜਾਂਦੇ ਨੇ, ਉਸ ਤੋਂ ਬਾਅਦ ਕਿੱਡਾ ਕੁ ਨੁਕਸਾਨ ਵੇਖਦੇ ਹੋ? ਤੇ ਦੂਜਾ ਸਵਾਲ ਮੇਰਾ ਇਹ ਵੀ ਹੈ ਕਿ ਕੀ ਸੂਬਾ ਸਰਕਾਰ ਇਸ ਨੂੰ ਰੋਕਣ ਦੇ ਵਿੱਚ ਕੋਈ ਐਕਟੀਵਿਟੀ ਕਰ ਸਕਦੀ ਹੈ, ਕੋਈ ਰੋਲ ਨਿਭਾਇਆ ਜਾ ਸਕਦਾ ਜੇ ਵਿਧਾਨ ਸਭਾ ਜਾਂ ਕਿਸੇ ਹੋਰ ਤਰ੍ਹਾਂ ਦਾ ਖਰੜਾ ਤਿਆਰ ਕਰਕੇ ਸੈਂਟਰ ਨੂੰ ਭੇਜਿਆ ਜਾਵੇ? ਬਿਲਕੁਲ, ਜਿਹੜੀ ਸਟੇਟ ਗਵਰਨਮੈਂਟ ਹੈ, ਜਿਸ ਤਰ੍ਹਾਂ ਅੱਜ ਗੱਲਬਾਤ ਪਹਿਲਾਂ ਵੀ ਚੱਲ ਰਹੀ, ਸਟੇਟ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਹੈ। ਇਹਨਾਂ ਨੂੰ ਕਰਨਾ ਚਾਹੀਦਾ, ਜੋ ਉਪਰਾਲੇ ਪੰਜਾਬ ਵਾਸਤੇ ਕਰਨਾ ਚਾਹਣ ਕਰ ਸਕਦੇ ਆ, ਕਿਤੇ ਨਾ ਕਿਤੇ ਰੋਕ ਲੱਗ ਸਕਦੀ ਹੈ। ਸੋ ਦੂਜਾ ਸਵਾਲ ਤੁਸੀਂ ਕੀਤਾ ਕੀ ਸੀਗਾ? ਮੈਂ ਇੱਕ ਸਵਾਲ ਤੁਹਾਨੂੰ ਇਹ ਕੀਤਾ ਹੈ ਕਿ ਕੀ ਵਿਧਾਨ ਸਭਾ ਦੇ ਵਿੱਚ ਜੇਕਰ ਖਰੜਾ ਤਿਆਰ ਹੋ ਜਾਂਦਾ ਹੈ ਜਾਂ ਸਰਬਪੱਖੀ ਮੀਟਿੰਗ ਹੋ ਜਾਂਦੀ ਹੈ, ਉਸ ਦਾ ਤੁਸੀਂ ਜਵਾਬ ਦੇ ਦਿੱਤਾ। ਦੂਜਾ ਸਵਾਲ ਮੈਂ ਇਹ ਕਰ ਰਿਹਾ ਸੀ ਕਿ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਕਿਸਾਨਾਂ ਨੂੰ ਕਿੱਡਾ ਕੁ ਨੁਕਸਾਨ ਹੈ, ਜ਼ਮੀਨੀ ਪੱਧਰ ਤੇ ਕੀ ਹਾਲਾਤ ਹੋਣਗੇ? ਕਿ ਜਿਸ ਤਰ੍ਹਾਂ ਬੀਜੇਪੀ ਵੱਲੋਂ ਬੁਲਾਪਿਆ ਜਾ ਰਿਹਾ, ਕਿਹਾ ਜਾ ਰਿਹਾ ਕਿ ਜੇਕਰ ਇਹ ਬਿੱਲ ਲਾਗੂ ਹੁੰਦਾ ਹੈ ਤਾਂ ਉਸ ਦੇ ਨਾਲ ਐਕਟੀਵਿਟੀ ਵਧੇਗੀ, ਬਿਜਲੀ ਦਾ ਸਰਕੂਲੇਸ਼ਨ ਵਧੇਗਾ, ਸਸਤੀ ਬਿਜਲੀ ਮਿਲੇਗੀ, ਉਹਨਾਂ ਦੇ ਵੱਲੋਂ ਇਹ ਗੱਲ ਰੱਖੀ ਜਾ ਰਹੀ ਹੈ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਬਿਲਕੁਲ ਗਲਤ ਕਹਿ ਰਹੇ ਆ ਬੀਜੇਪੀ ਵਾਲੇ। ਜਦੋਂ 3 ਖੇਤੀ ਕਾਨੂੰਨ ਆਉਣੇ ਸੀ, ਉਦੋਂ ਵੀ ਉਹਦੇ ਫਾਇਦੇ ਗਿਣਾ ਰਹੇ ਸੀ, ਕਹਿੰਦੇ ਸੀ ਇਹ ਆਮਦਨੀ ਦੁੱਗਣੀ ਹੋ ਜਾਣੀ ਆ, ਕਿਸਾਨ ਖੁਸ਼ਹਾਲ ਹੋ ਜਾਣੇ। ਪਰ ਜਿਹੜੇ ਸਟੇਟਾਂ ਦੇ ਵਿੱਚ ਉਹ ਲਾਗੂ ਹੋਏ ਸੀ, ਉਹ ਤੇ ਨੁਕਸਾਨ ਹੋਇਆ ਸੀ। ਸੋ ਇਹਨਾਂ ਬਿੱਲਾਂ ਦੇ ਨਾਲ ਵੀ ਇਸੇ ਤਰ੍ਹਾਂ ਸੀ, ਕੋਈ ਕਿਸਾਨ ਕੋਈ ਮੁਫਤ ਮੁੱਲੀ ਚੀਜ਼ ਨਹੀਂ ਚਾਹੁੰਦੇ। ਬੇਸ਼ੱਕ ਅਕਾਲੀ ਦਲ ਦੇ ਰਾਜ ਦੇ ਵਿੱਚ ਜਿਹੜੀ ਬਿਜਲੀ ਟਿਊਬਲਾਂ ਦੀ ਬਿਜਲੀ ਮੁਫਤ ਕੀਤੀ ਸੀ, ਆ ਹੁਣ ਸਾਡੇ ਜਿਹੜੇ ਗਰੀਬ ਲੋਕ ਆ ਪੰਜਾਬ ਦੇ, ਉਹਨਾਂ ਦੇ ਘਰਾਂ ਦੀਆਂ ਬਿਜਲੀਆਂ ਮੁਫਤ ਕੀਤੀਆਂ ਹੋਈਆਂ ਜਦੋਂ ਇਹ ਬਿੱਲ ਆ ਗਏ। ਹੁਣ ਦੇਖੋ, ਇਹ ਬਿੱਲ ਦੇ ਵਿੱਚ ਤਾਂ ਇਹ ਵੀ ਹੈਗੀ ਆ ਕਿ ਤੁਸੀਂ ਆਪਣੀ ਕਾਰ ਤੇ ਵੀ ਨਹੀਂ ਪਾਣੀ ਮਾਰ ਸਕਦੇ, ਉਹ ਮੀਟਰ ਤੁਹਾਡਾ ਕਮਰਸ਼ੀਅਲ ਲਾ ਦੇਣਾ। ਤੁਸੀਂ ਆਪਣੇ ਡੰਗਰ ਨਲਾਓਗੇ ਤਾਂ ਉੱਤੇ ਉਹ ਜਿਹੜਾ ਮੀਟਰ ਕਮਰਸ਼ੀਅਲ ਲਾ ਦੇਣਾ। ਸੋ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਸਬਸਿਡੀਆਂ ਦੇਣ, ਅਸੀਂ ਤਾਂ ਕਹਿੰਦੇ ਆ ਸਾਨੂੰ ਜਿਹੜੀ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਸਾਨੂੰ ਫਸਲ ਦਾ ਮੁੱਲ ਪੂਰਾ ਦੇ ਦਿਓ। ਅਸੀਂ ਨਹੀਂ ਚਾਹੁੰਦੇ ਕਿ ਕੋਈ ਫ੍ਰੀ ਚੀਜ਼ ਹੋਵੇ, ਪਰ ਉਹਦੇ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਆ ਕਿ ਜੇ ਬਿਜਲੀ ਦੇ ਬਿੱਲ ਮਾਫ ਹੋਏ ਆ, ਜਾਂ ਤਾਂ ਨਹਿਰੀ ਪਾਣੀ ਚੈਨਲਾਈਜ਼ ਕਰਕੇ ਸਾਡੇ ਖੇਤਾਂ ਤੱਕ ਪਹੁੰਚਾ ਦਿਓ। ਸਾਨੂੰ ਬਿਜਲੀ ਦੀ ਲੋੜ ਨਹੀਂ, ਸਾਨੂੰ ਬੋਰ ਕਰਨ ਦੀ ਵੀ ਲੋੜ ਨਹੀਂ, ਪਰ ਉਹਦਾ ਕੋਈ ਅਲਟਰਨੇਟਿਵ ਤਾਂ ਤੁਸੀਂ ਸੋਚੋ ਨਾ। ਇਸ ਕਰਕੇ ਦੇਖੋ, ਨੁਕਸਾਨ ਤੇ ਹੋਊਗਾ ਕਾਫੀ,
ਔਰ ਇਹਦੀ ਵਿਰੋਧਤਾ ਵੀ ਅਸੀਂ ਕਰਾਂਗੇ ਡਟ ਕੇ। ਜੇ ਤਾਂ ਉਹਨਾਂ ਨੇ ਪਾਸ ਕਰਾ ਲਿਆ ਫਿਰ ਅਸੀਂ SKM ਵੱਲੋਂ ਕੋਈ ਨਾ ਕੋਈ ਜਿਹੜਾ ਆ ਇਹਦਾ ਫੈਸਲਾ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੋਈ ਨਾ ਕੋਈ ਸੰਘਰਸ਼ ਦੀ ਰੂਪਰੇਖਾ ਅਸੀਂ ਤਿਆਰ ਜ਼ਰੂਰ ਕਰਾਂਗੇ। ਅਸੀਂ ਜੇ ਸੂਬਾ ਸਰਕਾਰ ਦੀ ਗੱਲ ਕੀਤੀ ਜਾਵੇ, ਸੂਬਾ ਸਰਕਾਰ ਤੋਂ ਕੀ ਮੰਗ ਕਰਦੇ ਹੋ? ਦੇਖੋ ਸੂਬਾ ਸਰਕਾਰ ਦੇਖੋ ਇਹ ਆਪਾਂ ਬੇਸ਼ੱਕ ਕਾਂਗਰਸ ਦਾ ਰਾਜ ਰਿਹਾ ਹੈ, ਜਿਸ ਤਰ੍ਹਾਂ ਜਸਪ੍ਰੀਤ ਨੇ ਗੱਲ ਕੀਤੀ ਹੈ, ਦੇਖੋ ਜੋ ਇਹਨਾਂ ਨੇ ਕਰ ਹੋਇਆ, ਅਕਾਲੀ ਦਲ ਤੋਂ ਜੋ ਕਰ ਹੋਇਆ, ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਤੋਂ ਇਹਨਾਂ ਨੇ ਸਾਰੇ ਪਾਰਟੀਆਂ ਦੇ ਉੱਥੇ ਨੁਮਾਇੰਦੇ ਜਾਂਦੇ ਰਹੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਿਸੇ ਨੇ ਆਪਣਾ ਸਹਿਯੋਗ ਨਹੀਂ ਦਿੱਤਾ ਆ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਗਈਆਂ ਆ। ਔਰ ਅਸੀਂ ਹੁਣ ਪੰਜਾਬ ਸਰਕਾਰ ਤੋਂ ਇਹ ਚਾਹੁੰਦੇ ਆ, ਜੇ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰੋ। ਜਿਸ ਤਰ੍ਹਾਂ ਦੇ ਸਵਾਲ ਆਉਂਦੇ ਆ ਕਿ ਇਹਨਾਂ ਨੇ ਸਹਿਮਤੀ ਦਿੱਤੀ ਆ, ਜੇ ਸਹਿਮਤੀ ਦਿੱਤੀ ਹੋਈ ਤਾਂ ਫਿਰ ਚਿਹਰਾ ਨੰਗਾ ਹੋ ਜਾਣਾ। ਜੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਓਗੇ ਫਿਰ ਤਾਂ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਸਹੀ ਹੋਊਗਾ ਜੀ। ਠੀਕ ਹੈ ਮਲਹੋਤਰਾ ਸਾਹਿਬ, ਜਵਾਬ ਦੇ ਦਿਓ। ਇੱਕ ਸਵਾਲ ਮੈਂ ਵੀ ਕਰ ਦੇਣਾ ਚਾਹੁੰਦਾ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਜਾਂ ਸਰਬ ਪੱਕੀ ਮੀਟਿੰਗ ਬੁਲਾਉਣ ਦੀ ਤਿਆਰੀ ਕਰ ਰਹੇ ਹੋ? ਕੋਈ ਅਰੰਭਿਆ ਡੇਟਾ ਅਰੰਭਿਆ ਕਿ ਕਿੰਨੇ ਟਾਈਮ ਤੱਕ ਅਸੀਂ ਇੱਕ ਪਲੇਟਫਾਰਮ ਤਿਆਰ ਕਰਕੇ ਕਿਤੇ ਨਾ ਕਿਤੇ ਕੇਂਦਰ ਨੂੰ ਇੱਕ ਸਪਸ਼ਟੀਕਰਨ ਦੇ ਤੌਰ ਤੇ ਆਪਣੀ ਗੱਲ ਰੱਖ ਸਕੋ? ਬਿਲਕੁਲ ਚਰਨਜੀਤ ਜੀ, ਦੇਖੋ ਜਿਸ ਤਰ੍ਹਾਂ ਖੇਤੀ ਕਾਨੂੰਨ ਆਏ ਸੀਗੇ ਉਸੇ ਤਰੀਕੇ ਨਾਲ ਉसी ਪੱਧਰ ਦਾ ਉसी ਲੈਵਲ ਦਾ ਖਤਰਾ ਲੈ ਕੇ ਇਹ ਬਿਜਲੀ ਅਮੈਂਡਮੈਂਟ ਬਿੱਲ ਆਇਆ ਹੈਗਾ। ਔਰ ਇਸ ਨਾਲ ਪੰਜਾਬ ਦੇ ਲੋਕਾਂ ਦੇ ਹੱਕਾਂ ਨੂੰ, ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਬਹੁਤ ਵੱਡਾ ਖਤਰਾ ਹੈਗਾ। ਔਰ ਉਹਨਾਂ ਦੇ ਹੱਕਾਂ ਦੇ ਰਾਖੀ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੇ ਵਿਧਾਨ ਸਭਾ ਵਿੱਚ ਕੋਈ ਮਤਾ ਲਿਆਉਣਾ ਪਏ, ਚਾਹੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਸਰਬ ਪਾਰਟੀ ਮੀਟਿੰਗ ਕਰਨੀ ਪਏ, ਜਾਂ ਜੋ ਵੀ ਕੁਝ ਕਰਨਾ ਪਏ, ਅਸੀਂ ਉਹ ਕਰਨ ਨੂੰ ਤਿਆਰ ਹੈਗੇ ਹਾਂ ਔਰ ਅਸੀਂ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਕਰਾਂਗੇ। ਔਰ ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਅਸੀਂ ਜਿਹੜੀਆਂ ਨੀਤੀਆਂ ਅਸੀਂ ਲੈ ਕੇ ਚੱਲ ਰਹੇ ਹੈਗੇ ਆ ਲੋਕਾਂ ਦੇ ਪੱਖ ਦੀਆਂ, ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੀਆਂ, ਉਹਨਾਂ ਨੂੰ ਬੇਸ਼ੱਕ ਮੁਫਤ ਬਿਜਲੀ ਦੇਣੀ ਹੈ ਜਾਂ ਮੁਫਤ ਪਾਣੀ ਦੇਣਾ ਹੈ ਜਾਂ ਸਿੱਖਿਆ ਦੇਣੀ ਹੈ ਜਾਂ ਸਿਹਤ ਸੁਵਿਧਾਵਾਂ ਦੇਣੀਆਂ ਹੈਗੀਆਂ, ਕੇਂਦਰ ਸਰਕਾਰ ਦਾ ਇਹ ਸਟੈਪ ਜਿਹੜਾ ਹੈਗਾ ਸਾਡੀ ਫਿਲਾਸਫੀ, ਸਾਡੀ ਸੋਚ, ਸਾਡੀਆਂ ਨੀਤੀਆਂ ਦੇ ਬਿਲਕੁਲ ਖਿਲਾਫ ਹੈਗਾ ਔਰ ਅਸੀਂ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਠੀਕ ਹੈ ਜਸਪ੍ਰੀਤ, ਤੁਸੀਂ ਇਸ ਸਮੇਂ ਵਿਰੋਧੀ ਧਿਰ ਦੇ ਵਿੱਚ ਹੋ, ਤੁਹਾਡਾ ਕੀ ਐਕਸ਼ਨ ਮੋਡ ਰਹੇਗਾ? ਜੇ ਮੈਂ ਐਕਸ਼ਨ ਮੋਡ ਦੀ ਗੱਲ ਕਰਾਂ ਕਿ ਕਿਤੇ ਨਾ ਕਿਤੇ ਇੱਕ ਪ੍ਰੈਸ਼ਰਾਈਜ਼ ਹੁੰਦਾ, ਜੇਕਰ ਵਿਰੋਧੀ ਪਾਰਟੀ ਇੰਨਾ ਕੁ ਪ੍ਰੈਸ਼ਰਾਈਜ਼ ਕਰਦੇ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪੈਂਦਾ। ਜੇ ਮੈਂ ਇਤਿਹਾਸ ਤੇ ਝਾਤ ਮਾਰਾਂ, ਜਦੋਂ GST ਲਾਗੂ ਕਰਨਾ ਸੀ, ਮਨਮੋਹਨ ਸਿੰਘ ਕਾਫੀ ਜ਼ਿਆਦਾ ਸਟਰੋਂਗ ਪੋਲਿਟਿਕਸ ਦੇ ਵਿੱਚ ਸੀ, ਪਰੰਤੂ BJP ਨੇ ਖੁੱਲ੍ਹ ਕੇ ਵਿਰੋਧ ਕੀਤਾ, ਅੱਗੇ ਆ ਕੇ ਵਿਰੋਧ ਕੀਤਾ, ਫਿਰ ਤੁਸੀਂ ਬੈਕਫੁੱਟ ਤੇ ਗਏ। ਤੁਸੀਂ ਮਜਬੂਰ ਕਰੋਗੇ BJP ਨੂੰ ਇਸ ਲਹਿਜੇ ਨਾਲ ਕਰਨ ਦੀ ਕੋਸ਼ਿਸ਼ ਦੇ ਨਾਲ? ਬਿਲਕੁਲ ਜੀ, ਬਿਲਕੁਲ। ਇਸ ਟਾਈਮ ਕਾਂਗਰਸ ਪੂਰੀ ਤਰ੍ਹਾਂ ਐਕਟਿਵ ਹੈਗੀ ਆ ਪੰਜਾਬ ਦੇ ਵਿੱਚ। ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਜਿਹੜੀ ਪ੍ਰਧਾਨਗੀ ਹੇਠ ਅਸੀਂ ਕਿੰਨਾ ਜ਼ਿਆਦਾ ਹੁਣ ਐਜੀਟੇਸ਼ਨ ਕਰ ਰਹੇ ਕਿ ਪੰਜਾਬ ਦੇ ਹੱਕਾਂ ਦੇ ਲਈ ਖੜੇ ਹੋ ਰਹੇ ਹਾਂ। ਮਹਿੰਗਾਈ ਵਿਰੁੱਧ ਕੀਤਾ, ਬਾਕੀ ਹੋਰ ਐਜੀਟੇਸ਼ਨਸ ਕਰ ਰਹੇ ਹਾਂ। ਤੇ ਸਾਡੀ ਕਾਂਗਰਸ ਇਸ ਟਾਈਮ ਪੂਰੀ ਤਰ੍ਹਾਂ ਪੱਬਾਂ ਪਾ ਰਿਹਾ ਕਿ ਕੋਈ ਵੀ ਗਲਤ ਨੀਤੀ ਜੇ ਲੈ ਕੇ ਆਏਗੀ BJP ਜਾਂ ਆਮ ਆਦਮੀ ਪਾਰਟੀ, ਅਸੀਂ ਉਹਦਾ ਪੁਰਜੋਰ ਵਿਰੋਧ ਕਰਾਂਗੇ, ਕਰਦੇ ਆਏ ਆ। ਕਿਉਂਕਿ ਅੱਜ ਦੇ ਦਿਨ ਬਹੁਤ ਮਾਇਨੇ ਰਖਾਉਂਦਾ ਕਿ ਅੱਜ ਦੇ ਦਿਨ ਤੋਂ ਹੀ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ ਗਾਂਧੀ ਜੀ ਨੇ, ਤੇ ਅੱਜ ਤੋਂ ਹੀ ਅਸੀਂ ਆਪਣੀ ਇਹ ਪ੍ਰਣ ਲੈਂਦੇ ਹਾਂ ਕਿ ਅਸੀਂ ਜਿੱਥੇ ਤੱਕ ਹੋ ਸਕੇ ਉਸ ਤੱਕ ਪੰਜਾਬ ਤੇ ਭਾਰਤ ਦੇ ਲੋਕਾਂ ਦੇ ਲਈ, ਹੱਕਾਂ ਦੇ ਲਈ ਖੜਾਂਗੇ। ਚੀਮਾ ਸਾਹਿਬ, ਸਿੱਧਾ ਸਵਾਲ ਹੈ, ਐਕਟੀਵਿਟੀ ਕੀ ਰਹੇਗੀ? ਜੇ ਮੈਂ ਐਕਟੀਵਿਟੀ ਦੀ ਗੱਲ ਕਰਾਂ, ਜੇਕਰ ਕਿਸਾਨਾਂ ਦੇ ਵੱਲੋਂ SK ਵੱਲੋਂ ਕੋਈ ਵੀ ਕਾਲ ਦਿੱਤੀ ਜਾਂਦੀ ਹੈ, ਸ਼੍ਰੋਮਣੀ ਅਕਾਲੀ ਦਲ ਸਿੱਧੇ ਠੋਸ ਸ਼ਬਦਾਂ ਦੇ ਵਿੱਚ ਉਹਨਾਂ ਦਾ ਸਵਾਲਾਂ ਦੇ ਨਾਲ ਖੜੇਗਾ ਜਾਂ ਕਿਤੇ ਨਾ ਕਿਤੇ ਇੱਕ ਪਾਰਟੀ ਲੈਵਲ ਤੇ ਉੱਤੇ ਆਪਣਾ ਵਿਰੋਧ ਜ਼ਾਹਰ ਕਰੇਗਾ, ਕਿਸਾਨਾਂ ਤੋਂ ਅਲੱਗ ਪਲੇਟਫਾਰਮ ਤਿਆਰ ਕਰਕੇ ਆਪਣੀ ਰਣਨੀਤੀ ਨੂੰ ਘੜੇਗਾ? ਪੂਰੇ ਪਹਿਲਾਂ ਵੀ ਕਿਸਾਨਾਂ ਦੇ ਨਾਲ ਪੂਰੀ ਡਟ ਕੇ ਸਪੋਰਟ ਕੀਤੀ ਆ। ਸ਼੍ਰੋਮਣੀ ਅਕਾਲੀ ਦਲ ਦਾ ਕੱਲਾ ਵਰਕਰ ਜਿਹੜਾ ਬਹੁਤਾ ਬੇਸ ਕਿਸਾਨ ਬੇਸ ਹੀ ਆ, ਕਿਸਾਨਾਂ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ। ਹਰ ਸੰਘਰਸ਼ ਦੇ ਵਿੱਚ ਜਿਵੇਂ ਮੋਹਰੀ ਹੋ ਕੇ ਲੜਦੇ ਰਹੇ ਨੇ, ਐਤਕੀ ਵੀ ਸੰਘਰਸ਼ ਦੇ ਵਿੱਚ ਜੇ ਉਹ ਕਹਿਣਗੇ ਸਾਡਾ ਸਾਥ ਦਿਓ ਤਾਂ ਉਹਨਾਂ ਦੇ ਨਾਲ ਸਾਥ ਦਿੱਤਾ ਜਾਊਗਾ, ਤੇ ਜੇ ਉਹ ਕਹਿਣਗੇ ਵੀ ਉੱਥੇ ਲੋਕ ਸਭਾ ਦੇ ਵਿੱਚ ਵੀ ਜੋ ਵੀ ਆਵਾਜ਼ ਬੁਲੰਦ ਕਰਨੀ ਆ ਉਹ ਕਰਦੇ ਰਹੇ ਆ, ਹੁਣ ਵੀ ਕੀਤੀ ਆ, ਪਰ ਉੱਥੇ ਉਹ ਘੱਟ ਗਿਣਤੀਆਂ ਦੀ ਆਵਾਜ਼ ਨੂੰ ਦਬਾਉਂਦੇ ਨੇ। ਉੱਥੇ ਸਾਡਾ ਜਿਹੜਾ ਚਾਰਾਜੋਈ ਜਿਹੜੀ ਆ ਉਹ ਫੇਲ ਤਾਂ ਹੋ ਜਾਂਦੀ ਆ ਕਿਉਂਕਿ ਗਿਣਤੀ ਘੱਟ ਹੈ। ਅਸੀਂ ਤਾਂ ਜਿਹੜਾ ਸੰਘਰਸ਼ ਦਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੜਦਾ ਰਿਹਾ। ਜੇ ਕਿਸਾਨ ਵੀਰ ਕਹਿਣਗੇ ਇਹਨਾਂ ਦੇ ਨਾਲ ਹੋ ਕੇ ਲੜਾਂਗੇ, ਨਹੀਂ ਤਾਂ ਜੇ ਆਮ ਆਦਮੀ ਪਾਰਟੀ ਵਾਲੇ ਉੱਥੇ ਲਿਆਉਣਗੇ ਵਿਧਾਨ ਸਭਾ ਦੇ ਵਿੱਚ ਮਤਾ ਪਾਉਣਗੇ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਲੜਨੀਆਂ, ਤਾਂ ਵੀ ਮੋਹਰੇ ਹੋ ਕੇ ਲੜਾਂਗੇ। ਠੀਕ ਹੈ ਜੰਗਵੀਰ ਚੌਹਾਨ ਜੀ, ਮੈਂ ਤੁਹਾਨੂੰ ਸਿੱਧਾ ਸਵਾਲ ਕਰਨਾ ਚਾਹੂੰਗਾ, ਮੈਨੂੰ ਇੱਕ ਚੀਜ਼ ਦਾ ਡੇਟਾ ਕਰੈਕਟ ਕਰ ਦਿਓ। ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਇਹ ਬਿੱਲ ਲਾਗੂ ਹੋ ਜਾਂਦੇ ਨੇ ਤਾਂ ਕਿਸਾਨਾਂ ਦੇ ਲਈ ਸਭ ਤੋਂ ਵੱਡੀ ਜਿਹੜੀ ਮੁਸੀਬਤ ਇਹ ਹੋਏਗੀ ਕਿ ਮੋਟਰਾਂ ਦੇ ਬਿੱਲ ਵੀ ਲੱਗ ਜਾਣਗੇ।
ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਗਰਾਊਂਡ ਦੇ ਉੱਤੇ ਇਸ ਦਾ ਕੀ ਅਸਰ ਪਵੇਗਾ? ਮੈਨੂੰ ਥੋੜਾ ਤਰਤੀਬਵਾਰ ਸਮਝਾ ਦਿਓ। ਦੇਖੋ, ਇਹ ਗੱਲ ਤਾਂ ਸਹੀ ਹੈ ਕਿ ਮੋਟਰਾਂ ਦੇ ਬਿੱਲ ਲੱਗਣਗੇ। ਮੈਂ ਤਾਂ ਪਹਿਲਾਂ ਹੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜਿਹੜੇ ਆਮ ਲੋਕਾਂ ਦੇ ਬਿੱਲ ਮਾਫ ਹੋਏ ਆ ਉਹ ਸਾਰੇ ਇਹਦੇ ਵਿੱਚ ਹੀ ਆਉਂਦੇ, ਬਿਜਲੀ ਬਿੱਲ 2020 ਦੇ ਵਿੱਚ, ਔਰ ਸਾਰਿਆਂ ਲੋਕਾਂ ਤੇ ਅਸਰ ਪੈਣਾ, ਇਕੱਲੇ ਕਿਸਾਨਾਂ ਤੇ ਨਹੀਂ ਪੈਣਾ। ਮੈਂ ਤਾਂ ਇਹ ਗੱਲ ਕਹਿਣਾ ਸੀ, ਤਦੇ ਤਾਂ ਇਹ ਗੱਲ ਸਮਝਾਈ ਆ, ਅਸਰ ਤਾਂ ਪਏਗਾ। ਮੈਂ ਤਦੇ ਹੀ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਬਿਜਲੀ ਦਾ ਬਿੱਲ ਮੁਫਤ ਕਰ ਦਿਓ, ਸਾਨੂੰ ਮੀਟਰਾਂ ਦੇ ਬਿੱਲ ਨਾ ਦੇਣੇ ਪੈਣ, ਸਾਨੂੰ ਤਾਂ ਫਸਲਾਂ ਦੇ ਮੁੱਲ ਪੂਰੇ ਦੇ ਦਿਓ, ਨਹਿਰੀ ਪਾਣੀ ਚੈਨਲਾਈਜ਼ ਕਰ ਦਿਓ, ਸਾਡੇ ਖੇਤਾਂ ਤੱਕ ਪਹੁੰਚਾ ਦਿਓ, ਸਾਡਾ ਉੱਤੇ ਹੱਕ ਆ। ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਵੀ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੀਆਂ ਨਹਿਰਾਂ ਵੀ ਕੱਚੀਆਂ ਕਰੋ। ਜਿਹੜਾ ਪੰਜਾਬ ਦਾ ਪਾਣੀ ਆ ਉਹ ਪਹਿਲੀਆਂ ਪਾਰਟੀਆਂ ਨੇ ਬੇਸ਼ੱਕ ਪਤਾ ਨਹੀਂ ਕਿਹੜੇ ਹਿਸਾਬ ਨਾਲ ਸਮਝੌਤੇ ਕਰਕੇ ਦੂਜੀਆਂ ਸਟੇਟਾਂ ਨੂੰ ਦਿੱਤਾ ਆ, ਪਰ ਹੁਣ ਜਿਹੜਾ ਆ ਸਰਕਾਰ ਬਹੁਮਤ ਦੇ ਵਿੱਚ ਇਹਨਾਂ ਦੀ ਬਣੀ ਆ, ਹੁਣ ਇਹ ਪੰਜਾਬ ਦੇ ਪਾਣੀ ਤੇ ਪੰਜਾਬ ਦੇ ਹੱਕਾਂ ਨੂੰ ਪੰਜਾਬ ਦੇ ਲੋਕਾਂ ਤੱਕ, ਪੰਜਾਬ ਦੇ ਖੇਤਾਂ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਇਹ ਕਰਨ। ਨਹਿਰਾਂ ਨੂੰ ਥੱਲੇੋਂ ਜੇ ਕੱਚਾ ਰੱਖਣ ਦੀ ਗੱਲ ਕੀਤੀ ਉਹ ਕਰਨ, ਤੇ ਅਸੀਂ ਨਹੀਂ ਚਾਹੁੰਦੇ ਕਿ ਧਰਤੀ ਦੀ ਹਿੱਕ ਪਾੜ ਕੇ ਅਸੀਂ 500 ਫੁੱਟ ਜਾਂ 400 ਫੁੱਟ ਤੇ ਬੋਰ ਕਰਕੇ ਉਹਦੇ ਵਿੱਚੋਂ ਪਾਣੀ ਖਿੱਚ ਕੇ ਆਪਣੇ ਫਸਲਾਂ ਪਾਲੀਏ। ਫਸਲਾਂ ਤਾਂ ਪਾਲਣੀਆਂ ਆ, ਪਰ ਆਪਣਾ ਜਿਹੜਾ ਸਾਡੇ ਕੋਲ ਇੱਕੋ ਇੱਕ ਜਿਹੜਾ ਕੁਦਰਤੀ ਸਰੋਤ ਆ, ਅਸੀਂ ਉਹ ਤੇ ਨਿਰਭਰ ਹੋ ਜਾਈਏ ਤੇ ਸਾਨੂੰ ਕੋਈ ਲੋੜ ਨਹੀਂ ਹੈਗੀ। ਤੇ ਬਿੱਲ ਜਿਹੜੇ ਆ ਬਿਲਕੁਲ ਘਾਤਕ ਹੈਗਾ ਆ ਜਿਹੜਾ ਪਾਸ ਹੋਣ ਲੱਗਾ ਆ। ਸੋ ਅਸੀਂ ਇਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਦੀ ਰੂਪਰੇਖਾ ਵੀ ਤਿਆਰ ਕਰਾਂਗੇ। ਜੇਕਰ ਮੈਂ ਸੰਘਰਸ਼ ਦੀ ਰੂਪਰੇਖਾ ਦੀ ਗੱਲ ਕਰਾਂ ਤਾਂ ਕਿਤੇ ਦੁਬਾਰਾ ਦਿੱਲੀ ਦੀ ਬਰੂਹਾਂ ਤੇ SKM ਦੁਬਾਰਾ ਖੜਾ ਹੋ ਸਕਦਾ? ਬਿਲਕੁਲ ਖੜਾ ਹੋਊਗਾ। ਜਿਸ ਤਰ੍ਹਾਂ ਵਾਅਦਾ ਖਿਲਾਫੀ ਕਰ ਰਹੀ ਹੈ ਬੀਜੇਪੀ, ਇਹ ਦਿਨੋਂ ਦਿਨ ਆਪਣੇ ਵਾਅਦੇ ਤੋਂ ਮੁੱਕਰ ਰਹੀ ਆ, ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸੰਘਰਸ਼ ਦੀ ਕਾਲ ਦੇਣੀ ਪੈਣੀ ਆ। 18, 19, 20 ਤਰੀਕ ਨੂੰ ਲਖੀਮਪੁਰ ਖੀਰੀ ਦੇ ਵਿੱਚ 72 ਘੰਟਿਆਂ ਵਾਸਤੇ ਧਰਨਾ ਲੱਗਣ ਜਾ ਰਿਹਾ, ਇਹਨਾਂ ਦੇ ਖਿਲਾਫ ਹੀ, ਬੀਜੇਪੀ ਦੀਆਂ ਨੀਤੀਆਂ ਦੇ ਖਿਲਾਫ ਹੀ ਲੱਗਣ ਜਾ ਰਿਹਾ। ਸੋ ਇਸੇ ਤਰ੍ਹਾਂ ਪਹਿਲਾਂ ਜਦੋਂ 3 ਬਿੱਲਾਂ ਦੇ ਖਿਲਾਫ ਲੱਗਾ ਸੀ, ਤੇ ਹੌਲੀ ਹੌਲੀ ਜਿਸ ਤਰ੍ਹਾਂ ਅਸੀਂ ਐਕਸੀਲੇਟਰ ਤੇ ਗੱਡੀ ਦਾ ਪੈਰ ਰੱਖੀਦਾ, ਇਸੇ ਤਰ੍ਹਾਂ ਅਸੀਂ ਉਧਰ ਨੂੰ ਦਿੱਲੀ ਵੱਲ ਨੂੰ ਕੀਚ ਕੀਤਾ ਸੀ। ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਵਿਉਂਤਬੰਦੀ ਬਣ ਕੇ ਜੇ ਨਾ ਸੁਧਰੇ ਤੇ ਫਿਰ ਦਿੱਲੀ ਦੀਆਂ ਬਾਰਡਰਾਂ ਤੇ ਦੁਬਾਰਾ ਵੀ ਸੰਘਰਸ਼ ਹੋ ਸਕਦਾ। ਠੀਕ ਹੈ ਮਲਹੋਤਰਾ ਸਾਹਿਬ, ਤੁਹਾਨੂੰ ਲਾਸਟ ਕਮੈਂਟ ਲੈਣਾ ਚਾਹੁੰਦਾ ਹਾਂ ਤੁਹਾਡਾ। ਮੈਨੂੰ ਇੱਕ ਗੱਲ ਦਾ ਸੁਝਾਅ ਦੇ ਦਿਓ, ਜਿਵੇਂ ਜੰਗਵੀਰ ਜੀ ਨੇ ਵੀ ਗੱਲ ਕਹੀ ਹੈ, ਜਿਸ ਤਰ੍ਹਾਂ ਬਿਜਲੀ ਦੇ ਬਿੱਲਾਂ ਤੋਂ ਕਿਤੇ ਨਾ ਕਿਤੇ ਕਿਸਾਨ ਪਰੇਸ਼ਾਨ ਨੇ। ਜੇਕਰ ਉਹ ਲੱਗ ਜਾਂਦੇ ਨੇ, ਬਿੱਲ ਪਾਸ ਹੋ ਜਾਂਦਾ, ਕਿਤੇ ਨਾ ਕਿਤੇ SKM ਦੇ ਵੱਲੋਂ ਉਹ ਪਲੇਟਫਾਰਮ ਨਹੀਂ ਤਿਆਰ ਹੁੰਦਾ, ਤਾਂ ਕਿਤੇ ਨਾ ਕਿਤੇ ਇਦਾਂ ਨਹੀਂ ਲੱਗਦਾ ਕਿ ਜੇਕਰ ਨਹਿਰਾਂ ਖੇਤਾਂ ਤੱਕ ਸਿੱਧੀਆਂ ਕਰ ਦਿੱਤੀਆਂ ਜਾਣ ਤਾਂ ਕਿਤੇ ਨਾ ਕਿਤੇ ਕਿਸਾਨਾਂ ਨੂੰ ਹਰ ਪਾਸੇ ਤੋਂ ਖੁਸ਼ਹਾਲੀ ਮਿਲੇਗੀ? ਦੇਖੋ ਚਰਨਜੀਤ ਜੀ, ਅਸੀਂ ਪੰਜਾਬ ਦੇ ਹਰ ਨਾਗਰਿਕ, ਹਰ ਬਾਸ਼ਿੰਦੇ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਵਚਨਬੱਧ ਹੈਗੇ ਆ। ਚਾਹੇ ਉਹ ਸ਼ਹਿਰਾਂ ਦੇ ਲੋਕ ਨੇ, ਚਾਹੇ ਸਾਡੇ ਕਿਸਾਨ ਵੀਰ ਨੇ, ਚਾਹੇ ਕੋਈ ਵੀ ਹੈਗਾ, ਤਾਂ ਉਹਦੇ ਲਈ ਜੋ ਵੀ ਉਪਰਾਲਾ ਕਰਨਾ ਪਏਗਾ ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ। ਪਰ ਇਹ ਹੈ ਕਿ ਕਈ ਚੀਜ਼ਾਂ ਜਿਹੜੇ ਤਕਨੀਕੀ ਮਾਹਰ ਨੇ ਉਹਨਾਂ ਦੀ ਸਲਾਹ ਦੇ ਨਾਲ ਜਿਹੜੀਆਂ ਉਹ ਕਰਨੀਆਂ ਹੁੰਦੀਆਂ ਤਾਂ ਕਿ ਜਿਹੜਾ ਬੈਸਟ ਪੋਸੀਬਲ ਰਿਜ਼ਲਟ ਹੈਗਾ ਉਹ ਕੱਢਿਆ ਜਾ ਸਕੇ। ਸੋ ਸਰਕਾਰ ਜਿਹੜੀ ਹੈ ਪੰਜਾਬ ਦੇ ਜਿਹੜੇ ਖੇਤੀਬਾੜੀ ਦੇ ਔਰ ਨਹਿਰੀ ਮਹਿਕਮੇ ਦੇ ਮਾਹਰ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਨੀਤੀ ਬਣਾਏਗੀ, ਔਰ ਜੋ ਬੈਸਟ ਪੋਸੀਬਲ ਸੋਲੂਸ਼ਨ ਹੋਏਗਾ ਪੰਜਾਬ ਦੇ ਹੱਕਾਂ ਨੂੰ, ਪੰਜਾਬ ਦੇ ਹਿੱਤਾਂ ਨੂੰ ਬਚਾਉਣ ਦੇ ਲਈ, ਉਹ ਕੱਢਿਆ ਜਾਏਗਾ। ਔਰ ਮੈਂ ਇੱਥੇ ਜ਼ਰਾ ਜਿਹਾ ਕਮੈਂਟ ਕਰਨਾ ਚਾਹਾਂਗਾ, ਅਕਾਲੀ ਦਲ ਵੱਲੋਂ ਜੋ ਇਹਨਾਂ ਨੇ ਕਿਹਾ ਹੈਗਾ ਕਿ ਜੀ ਅਸੀਂ ਕਿਸਾਨਾਂ ਲਈ ਸੰਘਰਸ਼ ਕਰਾਂਗੇ ਔਰ ਬਿਜਲੀ ਕਾਨੂੰਨ ਦਾ ਵਿਰੋਧ ਕਰਾਂਗੇ, ਮੈਂ ਇਹਨਾਂ ਨੂੰ ਯਾਦ ਕਰਾ ਦੇਣਾ ਚਾਹੁੰਦਾ ਹੈ ਕਿ ਪੰਜਾਬ ਵਿੱਚ ਜਿਹੜੇ ਬਿਜਲੀ ਸਮਝੌਤੇ ਹੋਏ ਆ ਉਹ ਤੁਹਾਡੀ ਸਰਕਾਰ ਨੇ ਕੀਤੇ ਹੈ। ਜਦ ਕਿ ਪੂਰੇ ਦੇਸ਼ ਵਿੱਚ 2.5 ਰੁਪਏ ਯੂਨਿਟ ਬਿਜਲੀ ਮਿਲਦੀ ਸੀ, 8 ਰੁਪਏ 96 ਪੈਸੇ ਤੁਹਾਡੀ ਸਰਕਾਰ ਨੇ ਉਸ ਟਾਈਮ ਸਮਝੌਤੇ ਕੀਤੇ ਸੀਗੇ, ਔਰ ਭ੍ਰਸ਼ਟਾਚਾਰ ਔਰ ਮਾਫੀਆ ਦਾ ਪੂਰੀ ਤਰ੍ਹਾਂ ਤਾਂਡਵ ਸੀਗਾ। ਸੋ ਜੇ ਤੁਸੀਂ ਅਕਾਲੀ ਦਲ ਦੇ ਪ੍ਰਤੀ ਸੀਰੀਅਸ ਹੈਗੇ ਹੋ, ਪੰਜਾਬ ਦੇ ਪ੍ਰਤੀ ਸੀਰੀਅਸ ਹੈਗੇ ਹੋ, ਤਾਂ ਕਿਰਪਾ ਕਰਕੇ ਇਮਾਨਦਾਰ ਲੀਡਰਾਂ ਨੂੰ ਉੱਪਰ ਲੈ ਕੇ ਆਓ। ਐਸੇ ਲੀਡਰ ਨਾ ਉੱਪਰ ਰੱਖੋ ਜਿਨ੍ਹਾਂ ਨੂੰ ਆਪਣੇ ਢਿੱਡ ਤੋਂ ਅੱਗੇ ਕੁਝ ਨਹੀਂ ਨਜ਼ਰ ਆਉਂਦਾ। ਦੂਜੀ ਗੱਲ, ਜਿਹੜੀ ਕਾਂਗਰਸ ਦੇ ਬੁਲਾਰੇ ਕਹਿ ਰਹੇ ਸੀ ਕਿ ਜੀ ਅਸੀਂ ਖੇਤੀ ਕਾਨੂੰਨਾਂ ਦੇ ਸਮੇਂ ਕੀ ਅਸੀਂ ਕਿਸਾਨਾਂ ਨੂੰ ਰੋਕਿਆ ਸੀ? ਜਨਾਬ, ਕੀ ਗੱਲ ਕਰਦੇ ਹੋ? ਤੁਸੀਂ ਰੋਕ ਸਕਦੇ ਸੀ? ਕੀ ਤੁਹਾਡਾ ਰੋਕਣਾ ਬਣਦਾ ਸੀ? ਤੁਸੀਂ ਇਸ ਚੀਜ਼ ਨੂੰ ਆਪਣੀ ਪਿੱਠ ਥਾਪੜ ਦਿਓ ਕਿ ਜੀ ਅਸੀਂ ਰੋਕਿਆ ਨਹੀਂ ਸੀਗਾ। ਔਰ ਫਿਰ ਤੁਹਾਡੇ ਜਿਹੜੇ CM ਸੀਗੇ ਉਹਨਾਂ ਨੇ ਇਸ ਖੇਤੀ ਅੰਦੋਲਨ ਨੂੰ, ਕਿਸਾਨੀ ਅੰਦੋਲਨ ਨੂੰ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਦੱਸਿਆ ਸੀਗਾ, ਔਰ ਕਿਸਾਨਾਂ ਨੂੰ ਉੱਥੇ ਮਿਲੇ ਨਹੀਂ ਸੀਗੇ। ਜਿੰਨੀ ਵਾਰੀ ਵੀ ਦਿੱਲੀ ਗਏ ਮੋਦੀ ਨੂੰ ਮਿਲ ਕੇ ਆ ਗਏ ਸੀ ਔਰ ਕਿਸਾਨਾਂ ਨੂੰ ਮਿਲੇ ਤੱਕ ਨਹੀਂ ਸੀਗੇ। ਤੁਹਾਡਾ ਜਿਹੜਾ ਸੱਤਿਆਗ੍ਰਹਿ ਹੈਗਾ ਉਹ ਸਿਰਫ ਤੇ ਸਿਰਫ ਨਹਿਰੂ ਗਾਂਧੀ ਨੂੰ ਪਰਿਵਾਰ ਨੂੰ ਬਚਾਉਣ ਤੱਕ ਸੀਮਤ ਹੈਗਾ। ਦੇਸ਼ ਹਜੇ ਕਿਸੇ ਨੂੰ ਵੀ ਤੁਹਾਡੇ ਚੋਂ ਨਜ਼ਰ ਨਹੀਂ ਆ ਰਿਹਾ। ਠੀਕ ਹੈ ਜਸਪ੍ਰੀਤ ਜੀ, ਜਿਹੜਾ ਸਵਾਲ ਮਲਹੋਤਰਾ ਸਾਹਿਬ ਵੱਲੋਂ ਚੁੱਕਿਆ ਉਸ ਦਾ ਵੀ ਜਵਾਬ ਦੇ ਦਿਓ ਪਲੀਜ਼। ਟਾਈਮ ਘੱਟ ਹੈ, 2 ਮਿੰਟ ਦੇ ਵਿੱਚ ਕੰਪਲੀਟ ਕਰਿਓ ਗੱਲ। ਇੱਕ ਸਵਾਲ ਮੈਂ ਇਹ ਵੀ ਕਰ ਦੇਣਾ ਚਾਹੁੰਦਾ ਹੈ ਕਿ WTO ਦੇ ਨਾਲ ਸਮਝੌਤਾ ਕਰਨਾ ਆਖਰ ਕਾਂਗਰਸ ਨੂੰ ਕਿਤੇ ਨਾ ਕਿਤੇ ਅੱਜ ਆਪਣੇ ਆਪ ਨੂੰ ਬੈਕਫੁੱਟ ਤੇ ਸੱਦਿਆ ਹੋਇਆ ਮਹਿਸੂਸ ਕਰਦਾ? ਨਹੀਂ, ਦੇਖੋ ਜਿਹੜੀ ਮੈਂ ਪਹਿਲਾਂ ਮਲਹੋਤਰਾ ਸਾਹਿਬ ਦੀ ਗੱਲ ਦਾ ਜਵਾਬ ਦੇ ਦੇਵਾਂ,
ਕਿ ਅਸੀਂ ਸੱਤਿਆਗ੍ਰਹਿ ਦੇਸ਼ ਲਈ ਕਰਦੇ ਹਾਂ ਤੇ ਦੇਸ਼ ਲਈ ਕਰਦੇ ਰਵਾਂਗੇ। ਸਾਨੂੰ ਇਹਦਾ ਸਰਟੀਫਿਕੇਟ ਆਮ ਆਦਮੀ ਪਾਰਟੀ ਤੋਂ ਲੈਣ ਦੀ ਲੋੜ ਨਹੀਂ। ਪਿਛਲੇ 70 ਸਾਲਾਂ ਦੇ ਵਿੱਚ ਅਸੀਂ ਹੀ ਦੇਸ਼ ਨੂੰ ਅੱਗੇ ਲੈ ਕੇ ਗਏ ਸੀਗੇ, ਜਿੱਥੇ ਤੱਕ ਲੈ ਕੇ ਆਏ ਸੀਗੇ। ਇਹ ਨਹੀਂ ਗੱਲ ਹੈਗੀ ਕਿ ਜਿੱਦਣ ਦੇਸ਼ ਗੋਰਿਆਂ ਨੇ ਛੱਡਿਆ ਸੀਗਾ ਤਾਂ ਉਸ ਤੋਂ ਬਾਅਦ ਚੋਂ ਨਹਿਰੂ ਪਰਿਵਾਰ ਨੇ ਹੀ ਤੇ ਜਾਂ ਕਾਂਗਰਸੀਆਂ ਨੇ ਮਿਲ ਕੇ, ਜ਼ਰੂਰੀ ਨਹੀਂ ਕਿ ਉੱਥੇ ਨਹਿਰੂ ਪਰਿਵਾਰ ਹੀ ਹਾਵੀ ਰਿਹਾ ਆ, ਬਾਕੀ ਵੀ ਆਉਂਦੇ ਰਹੇ ਆ, ਸਾਰਿਆਂ ਨੇ ਮਿਲ ਕੇ ਦੇਸ਼ ਨੂੰ ਬਣਾਇਆ ਸੀਗਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜੇ ਗੱਲ ਕਰਾਂ ਕਿ ਕਾਂਗਰਸ ਬੈਕਫੁੱਟ ਤੇ, ਕਾਂਗਰਸ ਬੈਕਫੁੱਟ ਤੇ ਨਹੀਂ ਹੈਗੀ। ਕਾਂਗਰਸ ਜਿਹੜੀ ਹੈਗੀ ਆ ਇਹ ਪੂਰਨ ਤੌਰ ਤੇ ਭਾਰਤ ਦੀ, ਹਿੰਦੁਸਤਾਨ ਦੀ ਤੇ ਪੰਜਾਬ ਦੇ ਜਨਹਿੱਤ ਦੇ ਨਾਲ ਖੜੇ ਆ। ਜਿੱਥੇ ਲੋਕਾਂ ਦਾ ਮਤ ਹੈਗਾ ਉੱਥੇ ਜਿਹੜਾ ਹੈਗਾ ਕਾਂਗਰਸ ਦਾ ਮਤ ਹੈਗਾ। ਤੇ ਲੋਕਾਂ ਦਾ ਮਤ ਅੱਜ ਦੇ ਟਾਈਮ 'ਚ ਇਹੀ ਕਹਿ ਰਿਹਾ ਕਿ ਜਿਹੜੇ ਬਿਜਲੀ ਕਾਨੂੰਨ ਆ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਜਿਹੜਾ ਪੰਜਾਬ ਦੇ ਬਣਦੇ ਹੱਕ ਆ ਉਹ ਦਿੱਤੇ ਜਾਣ। ਤੇ ਨਾਲ ਹੀ ਮੈਂ ਇਹਨਾਂ ਨੂੰ ਕਹੂੰਗਾ ਜਿਹੜੇ ਸਾਡੇ ਆਮ ਆਦਮੀ ਵਾਲੇ ਹੈਗੇ ਆ ਕਿ ਤੁਸੀਂ ਇੱਕ ਪਲੀਜ਼ ਇੱਕ 600 ਯੂਨਿਟ ਵਾਲਾ ਜਿਹੜਾ ਇਹ ਬੰਦਿਆਂ ਨੂੰ ਕਲੀਅਰ ਕਰ ਦਿਓ, ਕਿਉਂਕਿ ਲੋਕੀ ਬਿਜਲੀ ਘਰਾਂ ਦੇ ਗੇੜੇ ਲਾਈ ਜਾਂਦੇ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਕੁਝ ਕਰਨਾ ਆ। ਦੂਸਰੀ ਗੱਲ, ਬਿਜਲੀ ਦੇ ਜਿਹੜੇ ਬਿਜਲੀ ਮਹਿਕਮੇ 'ਚ ਜਿਹੜੀਆਂ ਖਾਮੀਆਂ ਆ, ਜਿਹੜੇ ਉਹਦੇ ਵਿੱਚ ਹੁਣ ਹੈਗੇ ਬੰਦਿਆਂ ਦੀ ਘਾਟ ਹੈਗੀ ਆ, ਉਹਨੂੰ ਪੂਰਾ ਕਰ ਦਿਓ। ਤੇ ਨਾਲ ਹੀ ਕਿਉਂਕਿ ਇੰਨਾ ਡਿਲੇ ਨਾ ਕਰੋ। ਜਿਹੜਾ ਇਹ ਅੱਜ 600 ਯੂਨਿਟ ਦੇ ਕੰਮ ਡਿਲੇ ਹੋ ਰਹੇ ਆ, ਇਹਦਾ ਮਤਲਬ ਇਹ ਆ ਕਿ ਆਮ ਆਦਮੀ ਕਿਤੇ ਨਾ ਕਿਤੇ ਇਹ ਜਿਹੜਾ ਸੈਂਟਰ ਨੇ ਹੁਣ ਕਾਨੂੰਨ ਲੈ ਕੇ ਆਂਦਾ ਬਿਜਲੀ ਬਿੱਲ ਦਾ, ਉਹਦੇ ਨਾਲ ਸਮਝੌਤਾ ਡੀਰੇਲ ਨਾ ਹੋਈ ਹੈ। ਠੀਕ ਹੈ ਚੀਮਾ ਸਾਹਿਬ, ਮੈਂ ਲਾਸਟ ਕਮੈਂਟ ਲੈਣਾ ਚਾਹੂੰਗਾ। ਆਖਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਆਰ ਮਲਹੋਤਰਾ ਨੇ ਵੀ ਸਵਾਲ ਚੁੱਕ ਦਿੱਤਾ, ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਵਿਸ਼ਵਾਸ ਜਾਂ ਕਿਉਂ ਨਹੀਂ ਰਿਹਾ ਲੋਕਾਂ ਦਾ? ਨਾ ਹੀ ਪੋਲੀਟੀਕਲ ਪਾਰਟੀਆਂ ਉਸ ਤਰੀਕੇ ਦੇ ਨਾਲ ਸਵਾਲ ਕਰਦੀਆਂ ਨੇ। ਕਿਤੇ ਨਾ ਕਿਤੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਤੁਸੀਂ ਆਪਣਾ ਵਿਸ਼ਵਾਸ ਗਵਾ ਚੁੱਕੇ ਹੋ। ਇਹ ਭੁੱਲ ਜਾਂਦੇ ਨੇ, ਇਹਨਾਂ ਦੇ ਕੇਜਰੀਵਾਲ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਪੂਰਾ ਵਿਸ਼ਵਾਸ ਸੀ। ਉਹਨਾਂ ਨੇ ਆ ਕੇ ਮਜੀਠੀਆ ਸਾਹਿਬ ਤੋਂ ਉਸ ਸਮੇਂ, ਦੱਸੋ, ਇਹ ਕੌਨਫੀਡੈਂਟ ਨਹੀਂ ਸੀ ਆਪਣੀ, ਜਿਹੜੇ ਇਹਨਾਂ ਨੇ ਇਲਜ਼ਾਮ ਲਾਏ ਸੀ ਉਹਨਾਂ ਤੋਂ ਇਹਨਾਂ ਨੇ ਮਾਫੀ ਮੰਗੀ। ਜਦੋਂ ਆਪਾਂ ਕਿਸੇ ਬੰਦੇ ਤੇ ਇਲਜ਼ਾਮ ਲਾਉਂਦੇ ਆ, ਬਾਅਦ ਚ ਉਹਦੇ ਤੋਂ ਮਾਫੀ ਮੰਗਣ ਚਲੇ ਜਾਂਦੇ ਆ। ਜੋ ਅੱਜ ਇਹ ਬਿਜਲੀ ਦਾ ਆਨੰਦ ਮਾਣ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਜਿਹੜੀ ਸਰਪਲਸ ਬਿਜਲੀ ਹੋਈ ਸੀ, ਤੇ ਅੱਜ ਇਹਨਾਂ ਦੇ ਵੇਲੇ ਦੇਖੋ ਕਿੱਡੇ ਕਿੱਡੇ ਲੰਬੇ ਕੱਟ ਲੱਗ ਰਹੇ ਨੇ। ਇਹ ਕਰ ਸਕਦੇ ਨੇ ਗੱਲਾਂ? ਇਹ ਤਾਂ ਬਸ ਇੱਕ ਦਿਖਾਵੇਦਾਰੀ ਤੇ ਐਡਵਰਟਾਈਜ਼ਮੈਂਟ ਦੇ ਉੱਤੇ ਲੱਗੇ ਹੋਏ ਨੇ। ਕਦੇ ਅਸੀਂ ਮੁਲਾਜ਼ਮ ਪੱਕੇ ਕਰ ਦਿੰਦੇ ਆ। ਜਿੰਨੇ ਖਾਲੇ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਨੇ, ਇਹਨਾਂ ਨੂੰ ਕਹੋ ਤਾਂ ਕਿ ਉਹਨਾਂ ਦੇ ਵਿੱਚ ਪਾਣੀ ਛੱਡ ਦਿਓ, ਕਿਸਾਨਾਂ ਦੇ ਖੇਤਾਂ ਤੱਕ ਪਾਣੀ ਤਾਂ ਪਹੁੰਚਾ ਦਿਓ। ਹਰ ਸੂਆ, ਹਰ ਖਾਲ ਅੱਜ ਸੁੱਕੀ ਪਈ ਹੈ। ਇਹਨਾਂ ਨੂੰ ਚਾਹੀਦਾ ਤਾਂ ਇਹ ਮੂੰਹ ਖੋਲ ਕੇ ਬੰਦੇ ਕਹਿ ਸਕਦੇ ਨੇ ਵੀ ਜੀ ਰਾਜਸਥਾਨ ਨੂੰ ਪੁਰਾਣੀਆਂ ਸਰਕਾਰਾਂ ਨੇ ਸਮਝੌਤੇ ਕੀਤੇ ਸੀ ਪਾਣੀ ਦੇ। ਅੱਜ ਇਹਨਾਂ ਨੂੰ ਕਹੋ ਵੀ ਇਹ ਰੋਕ ਲੈਣ, ਇਹਨਾਂ ਦੀ ਸਰਕਾਰ ਹੈ, ਕਿਹਨੇ ਰੋਕਣਾ? ਇਹ ਕਿਸਾਨਾਂ ਨੂੰ ਦੇਣ ਪਾਣੀ, ਕੋਈ ਨਹੀਂ ਰੋਕਦਾ। ਇਹ ਸਿਰਫ ਇੱਕ ਗੱਲਾਂ ਨੇ, ਦੂਜੇ ਬੰਦੇ ਤੇ ਇਲਜ਼ਾਮਬਾਜ਼ੀ ਕਰਨੀ ਬੜੀ ਸੌਖੀ ਆ। ਅੱਜ ਜਿਹੜੀਆਂ ਸੜਕਾਂ ਦਾ ਆਨੰਦ ਇਹ ਲੈ ਰਹੇ ਨੇ, ਜਿੱਥੇ ਦਰਬਾਰ ਸਾਹਿਬ ਪਹੁੰਚ ਜਾਂਦੇ ਨੇ 2 ਘੰਟੇ 2.5 ਘੰਟੇ ਦੇ ਵਿੱਚ, ਜਾਂ ਬਠਿੰਡੇ ਪਹੁੰਚ ਜਾਂਦੇ ਨੇ, ਇਹ ਸਾਰੀ ਡਿਵੈਲਪਮੈਂਟ ਜਿਹੜੀ ਆ ਅਕਾਲੀ ਦਲ ਦੇ ਵੇਲੇ ਦੀ ਆ। ਠੀਕ ਹੈ ਚੰਗਵੀਰ ਚੌਹਾਨ ਜੀ, ਮੈਂ ਲਾਸਟ ਕਮੈਂਟ ਲੈਣਾ ਚਾਹੂੰਗਾ ਤੁਹਾਡਾ। ਕੀ ਤੁਹਾਨੂੰ, ਜੇ ਮੈਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰਾਂ, ਵਿਸ਼ਵਾਸ ਹੈ ਕਿਸਾਨਾਂ ਨੂੰ, ਐਸਕੇਐਮ ਨੂੰ ਹੈ ਵਿਸ਼ਵਾਸ ਕਿ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਆਪਣੀ ਵੋਟ ਤੰਤਰ ਤੋਂ ਪਿੱਛੇ ਹਟ ਕੇ ਕਿਸਾਨਾਂ ਦੇ ਨਾਲ ਖੜਨਗੀਆਂ? ਦੇਖੋ, ਪੋਲੀਟੀਕਲ ਪਾਰਟੀਆਂ ਨੇ ਆਪਣਾ ਕੰਮ ਕਰਨਾ ਚਰਨਜੀਤ ਜੀ। ਪਿਛਲੇ 70 ਸਾਲ ਦਾ ਇਹਨਾਂ ਲੋਕਾਂ ਤੋਂ ਦੁਖੀ ਹੋ ਕੇ ਬਦਲਾਅ ਲਿਆਂਦਾ ਸੀ, ਆਮ ਆਦਮੀ ਪਾਰਟੀ ਲਿਆਂਦੀ ਸੀ, ਪਰ ਉਹ ਚਿਹਰੇ ਬਦਲੇ ਆ, ਕੰਮ ਉਹੀ ਹੋਈ ਜਾਂਦੇ, ਨੀਤੀਆਂ ਉਹੀ ਚੱਲੀ ਜਾਂਦੀਆਂ। ਔਰ ਅਸੀਂ ਤਾਂ ਇਹ ਕਹਿੰਦੇ ਆ ਕਿ ਆਪਣਾ ਕੰਮ ਕਰਨ। ਜਿਹੜੇ ਕਿਸਾਨ ਹੈ, ਜੇ ਕਿਸਾਨੀ ਦੇ ਰੂਪ ਦੇ ਵਿੱਚ ਆਉਂਦੇ ਆ ਸੰਘਰਸ਼ਾਂ ਦੇ ਵਿੱਚ, ਤੇ ਇਹਨਾਂ ਨੂੰ ਵੈਲਕਮ ਆ, ਕੋਈ ਏਡੀ ਗੱਲ ਨਹੀਂ। ਪਰ ਰਾਜਨੀਤੀ ਕਿਤੇ ਨਾ ਕਿਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਹੋ ਰਹੀ ਆ, ਤੇ ਉਹ ਪੋਲੀਟੀਕਲ ਪਾਰਟੀਆਂ ਨੇ ਆਪਣੀ ਰਾਜਨੀਤੀ ਚਮਕਾਉਣੀ ਆ, ਰਾਜਨੀਤੀ ਕਰਨੀ ਆ। ਸੋ ਚਿਹਰੇ ਬਦਲੇ ਆ, ਨੀਤੀਆਂ ਉਹੀ ਆ ਹਾਲੇ ਤੱਕ। ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੰਗਵੀਰ ਚੌਹਾਨ ਜੀ। ਮਲਹੋਤਰਾ ਸਾਹਿਬ, ਪਲੀਜ਼ ਮਲਹੋਤਰਾ ਸਾਹਿਬ, ਮੇਰੇ ਕੋਲ ਟਾਈਮ ਨਹੀਂ ਹੈ, ਨਹੀਂ ਮੈਂ ਜ਼ਰੂਰ ਤੁਹਾਨੂੰ ਟਾਈਮ ਦਿੰਦਾ। ਜਸਪ੍ਰੀਤ ਨਰਵਾਲ ਜੀ, ਚੀਮਾ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ। ਮੇਰੇ ਕੋਲ ਟਾਈਮ ਨਹੀਂ ਸਰ, ਪਲੀਜ਼, ਮੇਰੇ ਕੋਲ ਟਾਈਮ ਨਹੀਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੋ ਅੱਜ ਦੇ ਮੁੱਦੇ ਦੇ ਉੱਤੇ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਦਾ ਜਿਸ ਤਰ੍ਹਾਂ ਦਾ ਸਟੈਂਡ, ਜਿਸ ਤਰ੍ਹਾਂ ਦਾ ਰਵੱਈਆ ਕਾਇਮ ਹੈ, ਜੇਕਰ ਇਸੇ ਤਰ੍ਹਾਂ ਦਾ ਰਵੱਈਆ ਕਾਇਮ ਰਿਹਾ ਤਾਂ ਕਿਤੇ ਨਾ ਕਿਤੇ ਮੋਦੀ ਸਰਕਾਰ ਬੈਕਫੁੱਟ ਤੇ ਜ਼ਰੂਰ ਆ ਸਕਦੀ ਹੈ, ਕਿਉਂਕਿ ਕਿਸਾਨਾਂ ਦਾ ਵੀ ਇੱਕ ਵੱਡਾ ਰੋਹ ਹੈ, ਜਿਸ ਦੇ ਤਹਿਤ ਕਿਤੇ ਨਾ ਕਿਤੇ ਕਿਸਾਨ ਆਪਣੇ ਆਪ ਨੂੰ ਪਹਿਲਾਂ ਦੀ ਤਰ੍ਹਾਂ ਮਜ਼ਬੂਤ ਸਮਝ ਰਹੇ ਨੇ, ਕਿਉਂਕਿ ਇੱਕ ਲੜਾਈ ਉਹਨਾਂ ਦੇ ਵੱਲੋਂ ਜਿੱਤੀ ਜਾ ਚੁੱਕੀ ਹੈ। ਉਹਨਾਂ ਦਾ ਜੋ ਏਕਾ ਸੀ, ਲੋਕਾਂ ਦੇ ਵਿੱਚ ਜੋ ਡਾਇਵਰਟੇਸ਼ਨ ਦੱਸਣਾ ਸੀ, ਲੋਕਾਂ ਦੇ ਵਿੱਚ ਜੋ ਰੈਵੋਲੂਸ਼ਨ ਲੈ ਕੇ ਆਉਣਾ ਸੀ, ਉਹਨਾਂ ਦੇ ਵੱਲੋਂ ਕਾਫੀ ਹੱਦ ਤੱਕ ਲਿਆ ਦਿੱਤਾ ਗਿਆ ਹੈ। ਤੇ ਹੁਣ ਵੇਖਣਾ ਹੋਵੇਗਾ ਕਿ ਮੋਦੀ ਸਰਕਾਰ ਵੱਲੋਂ ਇਹ ਜਿਹੜਾ ਬਿੱਲ, ਬਿਜਲੀ ਸੋਧ ਬਿੱਲ ਹੈ, ਇਸ ਨੂੰ ਟੇਬਲ ਕੀਤਾ ਗਿਆ, ਇਸ ਨੂੰ ਅੱਗੇ ਪਾਸ ਕਰਨ ਦੀ ਪ੍ਰਕਿਰਿਆ ਆਰੰਭੀ ਜਾਂਦੀ ਹੈ, ਜਾਂ ਕਿਤੇ ਨਾ ਕਿਤੇ ਬਹਿਸ ਚਰਚਾ ਤੋਂ ਬਾਅਦ ਵਾਪਸ ਲੈ ਲਿਆ ਜਾਂਦਾ। ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।